ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਪਗ ਪੰਕਜ ਪਗ ਪੰਕਜ ਸਬਦਾੰਗ ਦੁਖ ਨਿਕੰਦਨ ਅਰਦਾਸ ਗੁਰ ਹਿਰਦੈ ਧਿਆਨ ਜੀ ਹਿਰਦੈ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰਿ ਗੋਬਿੰਦ ਮਤ ਪਰ ਕਾਸ਼ਕ ਪਰ ਜਾਈ ਨਮੋ ਕਰ ਜੋ ਨਮੋ ਕਰ ਜੋ ਸ੍ਰੀ ਹਰਿ ਕ੍ਰਿਸ਼ਨ ਲਾਜੀ ਪਰਮ ਕਿਰਪਾ ਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਪਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਬਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਬਿਗਨ ਬਿਨਾਸ਼ਨ ਸੋਏ ਸਤਨਾਮ ਵਾਹਿਗੁਰੂ
ਨਾਨਕ ਦੇਵ ਜੀ ਮਹਾਰਾਜ ਦੋਹਰਾ ਕਲਹੀ ਕਾਲੂ ਕਲ ਕਰ ਰਹਿ ਉਦਾਸ ਜਾਹੋ ਜਬ ਨਿਜ ਸਦਨ ਕੋ ਪੁਨ ਪਠੋ ਤੁਮ ਪਾਸ ਕਲਹੀ ਕਾਲੂ ਕਲ ਕਰ ਜਾਤੇ ਰਹਿ ਉਦਾਸ ਜਾਹੋ ਜਬ ਨਿਜ ਸਦਨ ਕੋ ਪੁਨ ਪਠੋ ਤੁਮ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੰਧਿਆ ਦੇ ਦੀਵਾਨ ਸਜ ਚੁੱਕੇ ਹਨ। ਗੁਰੂ ਬਾਬੇ ਦੀ ਕਥਾ ਨੂੰ ਪਿਆਰ ਕਰਨ ਵਾਲੀਆਂ ਰੂਹਾਂ, ਜਿਨ੍ਹਾਂ ਦਾ ਸੱਚਾ ਪਿਆਰ ਹੈ ਸਤਿਗੁਰੂ ਦੇ ਨਾਲ। ਗੁਰਬਾਣੀ ਕਹਿੰਦੀ ਹੈ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ। ਕਹਿੰਦੇ ਜਿੱਥੇ ਵੈਦ ਵੀ ਨਾ ਸਹਾਈ ਹੋਵੇ, ਭੈਣ ਵੀ ਨਾ ਸਹਾਈ ਹੁੰਦੀ ਹੋਵੇ, ਭਾਈ ਵੀ ਸਾਥ ਛੱਡ ਜਾਣ। ਕਿੰਨੇ ਸੋਹਣੇ ਸ਼ਬਦ ਮਹਾਰਾਜ ਜੀ। ਵੈਦੋ ਨਾ ਵਾਈ ਭੈਣੋ ਨਾ ਭਾਈ। ਇਹ ਉਹ ਅਵਸਥਾ ਹੁੰਦੀ ਹੈ ਜਿਸ ਵੇਲੇ ਬੰਦਾ ਇਕੱਲਾ ਰਹਿ ਜਾਂਦਾ। ਚਾਹੇ ਇੱਕ ਬਜ਼ੁਰਗ ਦੇ ਪੁੱਤ ਪੋਤਰੇ ਪੜਪੋਤੇ, ਕਿੰਨਾ ਸੋਹਣਾ ਪਰਿਵਾਰ ਹੁੰਦਾ, ਤੇ ਜਦੋਂ ਉਹਨੂੰ ਰੱਬ ਪੋਤੀ ਜਾਂ ਪੋਤਾ ਦਿੰਦਾ ਏ ਤੇ ਉਹਦੀਆਂ ਅੱਖਾਂ 'ਚ ਪਾਣੀ ਆਉਂਦਾ। ਕਹਿੰਦੇ ਮੂਲ ਨਾਲੋਂ ਵਿਆਜ ਹੈ ਕੁਛ ਵੀ ਨਹੀਂ ਆ, ਪਰ ਮੋਹ ਹੀ ਹੈ। ਇਹ ਸੁਖਣਾ ਸੁਖੀ ਜਾਂਦੇ ਵੱਡੇ, ਤੇ ਬੜਾ ਚਾਅ ਇੱਥੇ ਸੰਗਤਾਂ ਆਉਂਦੀਆਂ, ਕੋਈ ਪੋਤੀ ਚੁੱਕੀ ਹੁੰਦੀ, ਕਿਸੇ ਨੇ ਪੋਤਾ। ਪਰ ਜਦੋਂ ਮਹਾਰਾਜ ਅੱਗੇ ਮੱਥਾ ਟੇਕਦੇ, ਕਿੱਦਾਂ ਵੱਡੇ ਅਰਦਾਸਾਂ, ਬਾਬਾ ਜੀ ਅਰਦਾਸ ਕਰਿਓ ਮੇਰੀ ਪੋਤੀ ਤੰਦਰੁਸਤ ਰਵੇ, ਮੇਰਾ ਪੋਤਾ। ਤੇ ਉਦੋਂ ਫਿਰ ਇਹ ਯਾਦ ਆਉਂਦੀ ਕਿ ਮਹਾਰਾਜ ਕਹਿੰਦੇ ਸਾਰਿਆਂ ਨੂੰ ਕਿੰਨਾ ਪਿਆਰ ਕਰਦਾ, ਪਰ ਇੱਕ ਤੇ ਗੁਰੂ ਨੂੰ ਵੀ ਕਰ ਲਿਆ ਕਰਦਾ। ਸਾਰਿਆਂ ਦੀਆਂ ਅਰਦਾਸਾਂ ਕਰਾਉਂਦਾ ਰਹਿਣਾ। ਕਦੇ ਇਹ ਵੀ ਕਰਾਈ ਕਿ ਸਤਿਗੁਰੂ ਮੈਨੂੰ ਨਾਮ ਨਾ ਵਿਸਰੇ, ਸਤਿਗੁਰੂ ਮੈਨੂੰ ਸੰਗਤ ਨਾਲ ਪਿਆਰ ਬਣ ਜਾਵੇ, ਸਤਿਗੁਰੂ ਮੈਂ ਤੇਰੇ ਘਰ ਜੁੜ ਜਾਵਾਂ। ਇਸ ਕਰਕੇ ਮਹਾਰਾਜ ਕਹਿੰਦੇ ਵੈਦੋ ਨਾ ਵਾਈ ਭੈਣੋ। ਕਹਿੰਦੇ ਨਾ ਵੈਦ ਹੀ ਉਦੋਂ ਸਾਥ ਦਿੰਦਾ ਜਦੋਂ ਵੀ ਨਬਜ ਫੜ ਕੇ ਕਹਿੰਦਾ ਵੀ ਹੁਣ ਤਾਂ ਸੇਵਾ ਹੀ ਆ। ਬੜੇ ਬੜੇ ਅਮੀਰ ਲੋਕ ਬੈਠੇ ਆ, ਪੈਸੇ ਦੀ ਕਮੀ ਨਹੀਂ। ਕਹਿੰਦੇ ਡਾਕਟਰ ਸਾਹਿਬ ਮੀਂਹ ਵਾਂਗੂ ਪੈਸਾ ਵਰਾ ਦਾਂਗੇ, ਇਲਾਜ ਕਰੋ। ਡਾਕਟਰ ਕਹਿੰਦੇ ਮੈਂ ਕੀ ਇਲਾਜ ਕਰਾਂ, ਦਵਾਈ ਅਸਰ ਹੀ ਨਹੀਂ ਕਰਨ ਦੀ। ਉਦੋਂ ਫਿਰ ਮਹਾਰਾਜ ਦੀ ਇਹ ਗੁਰਬਾਣੀ ਅੱਖਾਂ ਦੇ ਸਾਹਮਣੇ ਪਿਆਰ ਦੇ ਵਿੱਚ ਆਉਂਦੀ ਹੈ ਕਿ ਵੈਦੋ ਨਾ ਵਾਈ ਭੈਣੋ ਨਾ ਏਕੋ ਸਹਾਈ ਰਾਮ ਹੈ। ਉਦੋਂ ਫਿਰ ਵਾਹਿਗੁਰੂ ਜੀ ਪ੍ਰਮਾਤਮਾ ਜੀ ਦੀ ਯਾਦ ਆਉਂਦੀ ਹੈ ਕਿ ਮੇਰੇ ਸਤਿਗੁਰੂ ਹੁਣ ਤੂੰ ਹੀ ਸਹਾਈ ਹੋਣਾ, ਕਿਉਂਕਿ ਹੁਣ ਮੇਰੇ ਭੈਣ ਭਰਾ, ਮੇਰੀਆਂ ਭੈਣਾਂ ਠੀਕ ਕੋਲੇ ਬੈਠੀਆਂ, ਹੌਸਲਾ ਦਿੰਦੇ ਸਾਰੇ, ਕੋਈ ਨਹੀਂ ਬੀਬੀ ਪਾਪਾ ਤੂੰ ਟੈਨਸ਼ਨ ਨਾ ਲੈ। ਵੈਦ ਵੀ ਬੈਠਾ ਕਹਿੰਦਾ, ਪਰ ਕਹਿੰਦੇ ਹੁਣ ਮੈਨੂੰ ਪਤਾ ਲੱਗਣ ਲੱਗ ਪਿਆ ਵੀ ਸਾਰੇ ਝੂਠੀ ਤਸੱਲੀ ਦਿੰਦੇ ਆ। ਇਸ ਕਰਕੇ ਮੇਰੇ ਪਾਤਸ਼ਾਹ ਮਾਰੇ ਕਹਿੰਦੇ ਏਕੋ ਸਹਾਈ ਰਾਮ ਹੈ। ਉਹ ਪਿਆਰੇ ਨਾਲ ਪਿਆਰ ਕਰਿਆ ਕਰ। ਜਦੋਂ ਸਾਰੇ ਰਿਸ਼ਤੇ ਫਿੱਕੇ ਲੱਗਣ, ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਸਹਾਈ ਹੁੰਦੇ ਆ। ਆਓ ਪਿਆਰਿਓ, ਉਸ ਨਾਨਕ ਦੀ ਕਥਾ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ। ਕਿੰਨਾ ਮਹਿੰਗਾ ਤੇਲ ਹੈ, ਪਰ ਫਿਰ ਵੀ ਸੰਗਤ ਜੀ ਸ਼ੁਕਰ ਹੈ ਵੀ ਸੰਗਤਾਂ ਕਿੰਨੀ ਦੂਰੋਂ ਆ ਕੇ ਬਹਿ ਜਾਂਦੀਆਂ। ਮਹਾਰਾਜ ਸਾਹਿਬ ਤੁਹਾਡੀ ਕਮਾਈ 'ਚ ਬਰਕਤਾਂ ਪਾਉਣ। ਆਓ ਮਹਾਰਾਜ ਦੇ ਪਿਆਰ ਦੀ ਕਥਾ ਸੁਣੀਏ। ਸਤਿਗੁਰੂ ਸਿਰ ਤੇ ਹੱਥ ਰੱਖਣ, ਆਪ ਵਿੱਚ ਵਰਤ ਕੇ ਸੇਵਾ ਲੈਣ ਜੀ। ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ
ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਹਰ ਬੰਦੇ ਤੂੰ ਬੰਦਗੀ ਹਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਹਰ ਬਾਰੀ ਚ ਨਾ ਮੱਖੀਆਂ ਵਾਲੀ ਪਈ ਏਡੀ ਬੋਤਲ ਉਹ ਇੱਕ ਨਹੀਂ ਪਾਓ ਮੱਖੀ ਬਹੁਤ ਹੈ ਹਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ ਜਿਚਰ ਘਟ ਮੈਂ ਸਾ ਜਿਚਰ ਘਟ ਮੈਂ ਸਾਜ ਜਿਚਰ ਘਟ ਮੈਂ ਸਾਜ ਜਿਚਰ ਘਟ ਮੈਂ ਸਾ ਜਿਚਰ ਘਟ ਮੈਂ ਸਾ ਜਿਚਰ ਘਟ ਮੈਂ ਸਾਜ ਮੱਖੀਆਂ ਵਾਲੀ ਪਈ ਉੱਥੇ ਜਿਚਰ ਘਟ ਮੈਂ ਸਾਜ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ ਮਾਰੇ ਕਿੰਨੇ ਬੰਦਗੀ ਕਰਿਆ ਕਰ ਜਿੰਨਾ ਚਿਰ ਸਾਹ ਚੱਲਦੇ ਉਹ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਦੇ ਪਾਤਰ ਆਪਾਂ ਬਣਨਾ ਹੈ ਰਹਿਮਤ ਗੁਰੂ ਸਾਹਿਬ ਜੀ ਨੇ ਕਰਨੀ ਹੈ ਆਪ ਵਿੱਚ ਵਰਤ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਮਹਾਰਾਜ ਸਾਹਿਬ ਜੀ ਦੀ ਪਿਆਰੀ ਕਥਾ ਜਿਨ੍ਹਾਂ ਸੰਗਤਾਂ ਨੇ ਸੁਣੀ ਹੈ ਪੰਜਵੇਂ ਪਾਤਸ਼ਾਹ ਸੁਖਮਣੀ ਸਾਹਿਬ 'ਚ ਇੱਕ ਫਰਮਾਨ ਕਰਦੇ ਨੇ ਸਭ ਤੇ ਉਤਮ ਹਰ ਕੀ ਕਥਾ ਕਹਿੰਦੇ ਬੜੀ ਉੱਤਮ ਹੈ ਤੇ ਕਿਸੇ ਨੇ ਪੁੱਛਿਆ ਮਹਾਰਾਜ ਜੀ ਕਥਾ ਸੁਣ ਕੇ ਮਿਲਦਾ ਕੀ ਜਦੋਂ ਆ ਕੇ ਬਹੀਦਾ ਕਿਉਂਕਿ ਅੱਜ ਕੱਲ ਸਮਾਂ ਪੜ੍ਹਿਆ ਲਿਖਿਆਂ ਦਾ ਹਰ ਬੰਦਾ ਕਹਿੰਦਾ ਮੈਨੂੰ ਕੀ ਮਿਲੂਗਾ ਬਾਬਾ ਜੀ ਤੁਸੀਂ ਤਾਂ ਪੈਸੇ ਲੈ ਲੈਨੇ ਆ ਤੇ ਮੈਂ ਕਿਉਂ ਚੌਂਕੜਾ ਮਾਰਾਂ ਤੇ ਮੇਰੇ ਗੁਰੂ ਅਰਜਨ ਉਥੇ ਬਾਰੀ ਦੇ ਵਿੱਚ ਪਈ ਦਵਾਈ ਮੱਖੀਆਂ ਦੀ ਥੋੜਾ ਜਿਹਾ ਸੂਝਵਾਨ ਰੋਜ਼ ਆਪਾਂ ਬੈਨੇ ਮੈਂ ਇਸ਼ਾਰੇ ਨੂੰ ਸਮਝਿਆ ਕਰੋ ਬਾਰੀ ਦੇ ਵਿੱਚ ਪਈ ਹੋਈ ਹੈ ਕੱਢ ਕੇ ਪਾਓ ਸਾਰੇ ਸੋ ਗੁਰੂ ਪਾਤਸ਼ਾਹ ਮਹਾਰਾਜ ਆਪ ਦਇਆ ਕਰਦੇ ਹਨ ਰਹਿਮਤ ਕਰਦੇ ਹਨ ਕਹਿੰਦੇ ਮਹਾਰਾਜ ਸਾਨੂੰ ਕੀ ਮਿਲੇਗਾ ਮਹਾਰਾਜ ਕਹਿੰਦੇ ਕਥਾ ਸੁਣ ਤੇਰੇ ਸਾਰੇ ਦੁੱਖ ਹੀ ਖਤਮ ਹੋ ਜਾਣਗੇ ਵਾਹਿਗੁਰੂ ਸਭ ਤੇ ਉਤਮ ਹਰ ਕੀ ਕਥਾ ਨਾਮ ਨਾਮ ਸੁਨਤ ਦਰਦ ਦੁਖ ਲਥਾ ਇੱਕ ਦਰਦ ਹੁੰਦੇ ਇੱਕ ਦੁੱਖ ਹੁੰਦੇ ਦਰਦ ਹੁੰਦਾ ਥੋੜੇ ਸਮੇਂ ਵਾਸਤੇ ਤੰਗ ਕਰਦਾ ਇੱਕ ਦੁੱਖ ਹੁੰਦੇ ਐ ਜਿਹੜੇ ਕਈ ਵਾਰੀ ਜਨਮ ਤੋਂ ਹੀ ਲੱਗੇ ਹੁੰਦੇ ਉਹਨਾਂ ਦਾ ਇਲਾਜ ਹੀ ਕੋਈ ਨਹੀਂ ਹੁੰਦਾ ਔਰ ਉਹਨਾਂ ਦੀ ਦਵਾਈ ਕੋਈ ਨਹੀਂ ਹੁੰਦੀ ਇਸ ਕਰਕੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਇਸ ਕਿਰਪਾ ਦੇ ਨਾਲ ਦੂਰ ਕਰਦੇ ਹਨ ਕਲਹੀ ਕਾਲੂ ਕਲੈ ਕਰ ਜਾਂਤੇ ਰਹੇ ਉਦਾਸ ਧੰਨ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਾਰਿਸ਼ ਕੌਣ ਕਰ ਰਿਹਾ ਰਾਏ ਬੁਲਾਰ ਭਾਈਆ ਜੈ ਰਾਮ ਜੀ ਆਏ ਹੋਏ ਬੇਬੇ ਨਾਨਕੀ ਨੂੰ ਲੈਣ ਵਾਸਤੇ ਤੇ ਉਹਨਾਂ ਨੂੰ ਆਪਣੇ ਘਰ ਬੁਲਾ ਕੇ ਤੇ ਬੜਾ ਸਤਿਕਾਰ ਕੀਤਾ ਉਹਨਾਂ ਦੇ ਪੈਰੀਂ ਹੱਥ ਲਾਏ ਗਲਵੱਕੜੀ ਪਾਈ ਹੈ ਮਸਤਕ ਚੁੰਮਿਆ ਹੈ ਤੇ ਕੀ ਆਖਿਆ ਹੈ ਕਿ ਭਾਈਆ ਜੈ ਰਾਮ ਤੂੰ ਧੰਨ ਹੈ
ਬੋਲੋ ਜੀ ਤੂੰ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਧੰਨ ਹੋ ਜਿਹੜਾ ਤੁਹਾਡਾ ਰਿਸ਼ਤਾ ਉਸ ਪਿਆਰੇ ਦੇ ਨਾਲ ਜੁੜ ਗਿਆ। ਬਹੁਤ ਵੱਡਾ ਡਾਢਾ ਰਿਸ਼ਤਾ ਉਸ ਸਾਈਂ ਦੇ ਨਾਲ ਜੁੜ ਗਿਆ ਹੈ। ਤੇ ਇੱਕ ਗੱਲ ਚੇਤੇ ਰੱਖੀ, ਕਦੇ ਨਾਨਕ ਨੂੰ ਆਪਣਾ ਸਾਲਾ ਨਾ ਸਮਝੀ, ਕਿਉਂਕਿ ਰਿਸ਼ਤੇਦਾਰੀਆਂ ਦੁਨਿਆਵੀ ਹੈ ਤੇ ਦੁਨਿਆਵੀ ਤੌਰ ਦੇ ਉੱਤੇ ਇਹ ਗੱਲ ਸੱਚ। ਵੈਸੇ ਕਈ ਮਹਾਂਪੁਰਖ ਦਰਗਾਹੋਂ ਆਉਂਦੇ ਤੇ ਆਪਾਂ ਕਹਿੰਦਾ ਜੀ ਫਲਾਣੇ ਦਾ ਮੁੰਡਾ ਹੀ ਹੈ, ਫਲਾਣੇ ਦਾ ਭਰਾ ਹੀ ਹੈ, ਫਲਾਣੇ ਦਾ ਪਤੀ ਹੈ, ਪਰ ਨਹੀਂ, ਇੱਥੇ ਦੁਨਿਆਵੀ ਰਿਸ਼ਤੇ ਨਹੀਂ। ਜਿਨ੍ਹਾਂ ਦੀ ਪੂਰਬਲੀ ਕਮਾਈ ਹੁੰਦੀ ਉਹਨੂੰ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨਮ ਪਰਿ ਉਪਕਾਰੀ ਆਏ। ਉਹ ਤਾਂ ਡਿਊਟੀ ਲਵਾ ਕੇ ਆਏ ਹੁੰਦੇ ਆ, ਜਿਹਨੂੰ ਕਬੀਰ ਸਾਹਿਬ ਕਹਿੰਦੇ ਸੰਤ ਮੂਏ ਕਿਆ ਰੋਈਐ। ਕਹਿੰਦੇ ਜਦੋਂ ਕੋਈ ਸਾਧੂ ਚੜ੍ਹਾਈ ਕਰਦਾ ਉਹਨੂੰ ਰੋਣਾ ਨਹੀਂ ਚਾਹੀਦਾ। ਕਿਉਂ ਨਹੀਂ ਰੋਣਾ ਚਾਹੀਦਾ? ਕਹਿੰਦੇ ਜੋ ਆਪਣੇ ਗ੍ਰਹਿ ਜਾਏ ਉਹ ਆਪਣੇ ਘਰੋਂ ਹੀ ਆਉਂਦੇ ਆ ਤੇ ਘਰੋਂ ਹੀ। ਹੁਣ ਆ ਕਥਾ ਕੀਰਤਨ ਗੁਰਦੁਆਰਾ ਕਿਉਂ ਬਣਾਇਆ? ਮਾਫੀ ਦੇ ਦਿਓ ਮੈਨੂੰ। ਅੱਜ ਆਪਾਂ ਸਿਰਫ ਗੁਰਦੁਆਰੇ ਨੂੰ ਇਸ ਕਰਕੇ ਆਉਣੇ ਆ ਕਿ ਮਹਾਰਾਜ ਇੱਥੇ ਆਇਆ ਅਰਦਾਸਾਂ ਪੂਰੀਆਂ ਹੁੰਦੀਆਂ। ਜੇ ਪੁੱਤ ਮੰਗੀਏ, ਧੀ ਮੰਗੀਏ, ਵੀਜ਼ਾ ਮੰਗੀਏ, ਇਹ ਸਾਰਾ ਕੁਝ ਮਹਾਰਾਜ ਦਿੰਦੇ। ਬਹੁਤੀ ਦੁਨੀਆ ਇਸੇ ਕਰਕੇ ਆਉਂਦੀ, ਪਰ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖਾ ਇਹ ਚੀਜ਼ਾਂ ਤਾਂ ਕੁਛ ਨਹੀਂ, ਇਹ ਤਾਂ ਪਹਿਲੇ ਪਿਆਰ 'ਚ ਹੀ ਦੇ ਦੇਣੀਆਂ ਤੈਨੂੰ, ਤੇਰੇ ਮਾਂ ਪਿਓ ਹੈ ਗੁਰਬਾਣੀ। ਪਰ ਯਾਦ ਰੱਖੀ ਗੁਰੂ ਦੀ ਸੰਗਤ ਵਿੱਚ ਬਹਿ ਲੋਕੀ ਇੱਥੋਂ ਦੀ PR ਲੱਭਦੇ ਐ, ਜਿਹੜੀ ਕਿ ਕਿਸੇ ਦੀ ਵੀ ਨਹੀਂ ਹੈ। 70-80 ਸਾਲ ਬਾਅਦ ਜਾਣਾ ਪੈਣਾ। ਪਰ ਦਰਗਾਹ ਦੀ PR ਕੀ ਹੈ? ਮੁਕਤੀ, ਜਿਹਨੂੰ ਆਪਾਂ ਆਨੰਦ ਸਾਹਿਬ 'ਚ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਜਿਹੜੇ ਸਿੱਖ ਗੁਰੂ ਦੇ ਸਾਹਮਣੇ ਬਹਿਣ ਲੱਗ ਪੈਂਦੇ ਐ, ਜੀਓ ਰਹੇ ਗੁਰ ਨਾਲੇ ਅੰਦਰੋਂ ਪਿਆਰ ਕਰਦੇ ਆ, ਮਤਬਲ ਨੂੰ ਨਹੀਂ। ਹੁਣ ਬਹੁਤੀ ਸੰਗਤ ਬੈਠੀ ਵਿਚਾਰਿਆਂ ਦੇ ਕੋਲ ਕੁਛ ਨਹੀਂ ਆ, ਰੋਟੀ ਵੀ ਨਹੀਂ ਪੱਕਣ ਦੀ, ਪਰ ਇੰਨੇ ਨੇਮੀ ਆ ਨਾ, ਨੇਮ ਨਹੀਂ ਤੋੜਦੇ। ਇਹ ਕਈ ਮੇਰੇ ਵਰਗੇ ਵੀ ਜੇ ਤੇ ਮਹਾਰਾਜ ਨੇ ਅਰਦਾਸ ਕਰਤੀ ਪੂਰੀ ਤੇ ਡੱਬਾ ਲੈ ਆਂਦਾ, ਨਹੀਂ ਤੇ ਮਹਾਰਾਜ ਨੇ ਗੁੱਸੇ ਹੋ ਜਾਣਾ। ਇਹਨੂੰ ਕਹਿੰਦੇ ਮਤਬਲ ਦਾ ਰਿਸ਼ਤਾ। ਬਹੁਤੇ ਇਦਾਂ ਕਰਦੇ। ਮੈਂ ਕਿਹਾ ਆਉਂਦੇ ਨਹੀਂ, ਕਹਿੰਦੇ ਸਾਡੀ ਕਿਹੜਾ ਮਹਾਰਾਜ ਨੇ ਅਰਦਾਸ ਪੂਰੀ ਕੀਤੀ। ਵੀ ਕਮਲਿਆ ਇੰਨਾ ਸੋਹਣਾ ਉਸਤਾਦ ਦੇ ਘਰੋਂ ਆਵਾਜ਼ ਆਈ, ਦੱਸ ਫਕੀਰਾ, ਕਹਿੰਦਾ 50 ਸਾਲ ਹੋ ਗਏ ਤੇਰੀ ਨਮਾਜ਼ ਪੜ੍ਹਦਿਆਂ, ਮੈਨੂੰ ਦਿੱਤਾ ਕੀ ਹੋ? ਰੋਜ਼ ਆਉਣਾ, ਪੜ੍ਹ ਕੇ ਚਲ ਜਾਣਾ। 5 ਵਕਤ ਮੁਸਲਮਾਨ ਨਮਾਜ਼ ਪੜ੍ਹਦੇ ਆ। ਇੱਕ ਕਿਸੇ ਨੇ ਛੋਟੀ ਜੀ ਵੀਡੀਓ ਪਾਈ ਕਿ ਪੈਟਰੋਲ ਪੰਪ ਤੇ ਮੁਸਲਮਾਨ, ਹਾਂਜੀ, ਤੇਲ ਪਾਉਣ ਲੱਗਾ ਤੇ ਉਧਰੋਂ ਨਮਾਜ਼ ਲਈ ਉਹਨਾਂ ਦਾ ਕਾਜੀ ਬੋਲ ਪਿਆ ਤੇ ਉਹਨੇ ਤੇਲ ਨਹੀਂ ਪਾਇਆ, ਪਹਿਲਾਂ ਸ਼ੁਕਰਾਨਾ ਕੀਤਾ। ਕਿੰਨਾ ਮੰਨਦੇ ਅੱਲਾਹ ਤਾਲਾ ਨੂੰ, ਆਪਾਂ ਤਾਂ ਕਦੇ ਇੰਨਾ ਖਿਆਲ ਹੀ ਨਹੀਂ ਕੀਤਾ। ਵੀ ਅਰਦਾਸ ਹੁੰਦੀ ਹੀ ਮੁੱਖ ਵਾਕ ਹੁੰਦਾ, ਫੋਨ ਵੱਜਣ ਦੀ ਦੇਰ ਹੈ, ਅੱਧੀ ਅਰਦਾਸ ਹੋਈ ਵਿੱਚੇ ਕਹਿੰਦਾ ਹੈਲੋ, ਬਸ ਤੁਰਿਆ ਆਉਣਾ, ਮੱਥਾ ਟੇਕਦਾ। ਇਹ ਪਿਆਰ ਹੈ? ਇਦਾਂ ਹੀ ਕਰਦੇ ਆਪਾਂ। ਉਧਰੋਂ ਬਾਬਾ ਦੇਗ ਦੇਣ ਲੱਗਦਾ, ਉਧਰੋਂ ਫੋਨ ਕੰਨ ਨੂੰ ਹੁੰਦਾ, ਵਿੱਚੇ ਦੇਗ ਲਈ ਜਾਂਦੇ। ਸਾਨੂੰ ਕੋਈ ਪਤਾ ਨਹੀਂ ਪਿਆਰ ਕਿਹਨੂੰ ਕਹਿੰਦੇ, ਸਿਰਫ ਆਪਣੀਆਂ ਲੋੜਾਂ ਗਰਜ਼ਾਂ ਨੇ। ਸਾਧ ਸੰਗਤ ਪਿਆਰ ਇਦਾਂ ਹੁੰਦਾ ਹੈ, ਜਿੱਥੇ ਵੀ ਮਹਾਰਾਜ ਪਿਆਰੇ ਦੀ ਗੱਲ ਦਾ ਪਤਾ ਲੱਗੇ ਉੱਥੇ ਸਤਿਕਾਰ ਵਿੱਚ ਬਹਿ ਜਾਣਾ। ਸਤਿਕਾਰ। ਹੁਣ ਕਈ ਸੰਗਤਾਂ ਗੁਰੂ ਘਰ ਨਹੀਂ ਐ, ਇਸ ਵੇਲੇ ਖੱਤਿਆਂ ਵਿੱਚ ਬੈਠੇ ਆ। ਮੈਨੂੰ ਬੜੀ ਖੁਸ਼ੀ ਹੋਈ। ਇੱਕ ਨਾ ਇੱਥੇ ਆ ਬਾਗ ਲੱਗਾ, ਮੇਰਾ ਵੀਰ ਹੁਣ ਵੀ ਸੁਣਦਾ, ਉਹ ਮਾਲੀ ਆ, ਉਹ ਬੂਟੇ ਗੋੜਦਾ ਏ ਤੇ ਉਹ ਅੱਖਾਂ ਭਰ ਕੇ ਮਿਲਿਆ। ਕਹਿੰਦੇ ਜੀ ਸ਼ਾਮਾਂ ਨੂੰ ਤੁਸੀਂ ਹੁੰਦੇ ਅੰਦਰ ਬੋਲਦੇ? ਮੈਂ ਕਿਹਾ ਹਾਂ। ਕਹਿੰਦਾ ਇੱਕ ਵਾਰ ਜੀ ਕਰਦਾ ਤੁਹਾਡੇ ਗੱਲ ਲੱਗਾ। ਮੈਂ ਕਿਹਾ ਲੱਗ ਜਾ ਵੀ। ਔਰ ਉਹਦੇ ਨੇਤਰ ਭਰੇ, ਕਹਿਣ ਲੱਗਾ ਮੈਂ ਸਾਰੀ ਕਥਾ ਆਪਣੀ ਦਿਹਾੜੀ ਕਰਦਾ ਕਰਦਾ ਉੱਥੇ ਸੁਣਦਾ ਏ। ਇਹਨੂੰ ਕਹਿੰਦੇ ਪਿਆਰ। ਹਾਲਾਂਕਿ ਹੋ ਸਕਦਾ ਉਹ ਵਿਚਾਰੇ ਨੇ ਅੰਮ੍ਰਿਤ ਨਹੀਂ ਛਕਿਆ, ਲਾਗੇ ਨਹੀਂ, ਪਰ ਉਹ ਕਿੰਨਾ ਸੱਚਾ ਸੁੱਚਾ। ਤੇ ਜਿਹੜੇ 24 ਘੰਟੇ ਮਾਰੇ ਕੋਲ ਰਹਿਣ ਵਾਲੇ, ਉਹ ਪਤਾ ਨਹੀਂ ਕੀ ਕੁਝ ਕਹੀ ਜਾਂਦੇ। ਆਖੋ ਸਤਿਨਾਮ। ਇਹ 'ਚ ਕੋਈ ਸ਼ੱਕ ਨਹੀਂ। ਦਿਲੋਂ ਮੁਹੱਬਤ ਜਿਨ ਸਹੀ, ਜਿਨ੍ਹਾਂ ਦੇ ਅੰਦਰ ਹੋਰ ਬਾਹਰ ਹੋਰ ਮਾਰੇ ਕਹਿੰਦੇ ਨਹੀਂ ਚੰਗੇ ਲੱਗਦੇ। ਇਸ ਕਰਕੇ ਮੇਰੇ ਗੁਰੂ ਨਾਨਕ ਦੇ ਪਿਆਰ 'ਚ ਰਾਏ ਬੁਲਾਰ ਜੀ ਭਾਈਆ ਜੈ ਰਾਮ ਨੂੰ ਕਹਿੰਦੇ ਇਹਨੂੰ ਆਪਣਾ ਸਾਲਾ ਨਾ ਸਮਝੀ। ਤੇਰੇ ਘਰ ਰੱਬ ਆਇਆ ਈ, ਤੂੰ ਰੱਬ ਦੇ ਘਰ ਆਇਆ ਈ। ਜੇ ਮੇਰੇ ਆਖੇ ਲੱਗੇ ਤੇ ਮੇਰੇ ਨਾਨਕ ਨੂੰ ਆਪਣੇ ਨਾਲ ਹੀ ਲੈ ਜਾ। ਜਿੰਨੇ ਪੈਸੇ ਚਾਹੀਦੇ, ਜੋ ਤੈਨੂੰ ਲੋੜ ਹੋਵੇ ਮੈਨੂੰ ਦੱਸਣਾ ਕਰ। ਸਦਨ ਕੋ ਬਨ ਪਠਵੋ ਤੁਮ ਪਾਸ
ਔਰ ਕਹਿਣ ਲੱਗੇ ਹਨ ਕਿ ਤੁਸੀਂ ਆਪਣੇ ਕੋਲ ਹੀ ਲੈ ਜਾਓ ਗੁਰੂ ਨਾਨਕ ਨੂੰ, ਤੇ ਜੋ ਵੀ ਤੁਹਾਨੂੰ ਰਸਤ ਬਸਤ ਚਾਹੀਦੀ ਆ ਮੇਰੇ ਨਾਲ ਗੱਲ ਕਰਿਓ। ਹੁਣ ਭਾਈਆ ਜੈ ਰਾਮ ਜੀ ਕਹਿੰਦੇ ਰਾਏ ਜੀ ਤੁਸੀਂ ਨਾਨਕ ਨੂੰ ਇੰਨਾ ਪਿਆਰ ਕਾਹਤੋਂ ਕਰਦੇ ਹੋ? ਇਹਦਾ ਕਾਰਨ ਕੀ ਹੈ? ਉਹ ਹਿੰਦੂਆਂ ਦਾ ਬੇਦੀਆਂ ਦਾ ਬੱਚਾ ਏ, ਤੁਸੀਂ ਮੁਸਲਮਾਨ ਹੋ, ਇਹ ਕੀ ਚੱਕਰ ਹੈ? ਨੇਤਰ ਭਰ ਕੇ ਕਹਿੰਦਾ, ਕਹਿਣ ਲੱਗਾ ਭਾਈਆ ਜੈ ਰਾਮ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਾ ਹਾਂ ਵੀ ਉਹ ਰੱਬ ਹੈ, ਉਹ ਖੁਦਾ ਦੁਨੀਆ ਦੇ ਉੱਤੇ ਆਇਆ ਏ ਤੇ ਬਹੁਤਿਆਂ ਨੂੰ ਉਹਦਾ ਪਤਾ ਨਹੀਂ ਆ। ਹਾਲਾਂਕਿ ਸਕਾ ਪਿਤਾ ਹੀ ਘਰ ਦੇ ਵਿੱਚ ਰਹਿੰਦਾ 24 ਘੰਟੇ, ਉਹਨੂੰ ਨਹੀਂ ਪਤਾ ਵੀ ਇਹ ਕੌਣ ਹੈ। ਕਈ ਵਾਰੀ ਇਦਾਂ ਹੋ ਸਕਦਾ ਗੁਰੂ ਸਾਹਿਬ ਆਪਣੇ ਕੋਲ ਹੀ ਬੈਠੇ ਹੋਣ ਸੰਗਤ 'ਚ, ਆਪਾਂ ਨੂੰ ਥੋੜਾ ਪਤਾ ਵੀ ਹੁਣ ਮਹਾਰਾਜ ਕਿਹੜਾ ਰੂਪ ਲੈ ਕੇ ਆਉਣਾ, ਜ਼ਰੂਰੀ ਥੋੜਾ ਘੋੜੇ ਤੇ ਚੜ੍ਹ ਕੇ ਆਉਣਾ। ਤੁਹਾਨੂੰ ਪਤਾ ਹੋਵੇ ਸ਼ਾਇਦ ਮੇਰੇ ਤੋਂ ਜ਼ਿਆਦਾ ਕਿ ਬਾਬੇ ਨਿਧਾਨ ਸਿੰਘ ਦਾ ਲੰਗਰ ਹੈ ਹਜ਼ੂਰ ਸਾਹਿਬ, ਉਹਨਾਂ ਦੀ ਕਥਾ ਉੱਥੇ ਲਿਖੀ ਆ ਕਿ ਬਾਬਾ ਜੀ ਨੂੰ ਪਿਆਰ ਜਾਗਿਆ ਵੀ ਮੈਂ ਇੱਥੇ ਲੰਗਰ ਲਾਵਾਂ। ਉੱਥੇ ਮੇਰੇ ਵਰਗੇ ਚਿੱਕੜ ਚੌਧਰੀ ਸੀ, ਉਹਨਾਂ ਬਾਬੇ ਨੂੰ ਧੱਕੇ ਮਾਰੇ, ਰਸਤ ਬਸਤ ਬੰਦ ਕੀਤੀ, ਕਹਿੰਦੇ ਭੱਜ ਆ ਇੱਥੋਂ। ਤੇ ਬਾਬਾ ਜੀ ਦੀਆਂ ਅੱਖਾਂ ਭਰੀਆਂ, ਵਿਰਾਗ ਆਇਆ ਤੇ ਮਨ ਕਰਦਾ ਵੀ ਲੰਗਰ ਲਾਵਾਂ, ਸਾਰਿਆਂ ਨੂੰ ਛਕਾਵਾਂ, ਪਰ ਕੋਲੇ ਰਸਤ ਕੋ ਨਹੀਂ ਹੈ। ਥੋੜਾ ਜਿਹਾ ਸੌਦਾ ਪਿਆਰ ਦਾ, ਤੇ ਜਦੋਂ ਤੁਰਨ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇੱਕ ਸਿੱਖ ਦੇ ਰੂਪ 'ਚ ਆਏ। ਮਹਾਰਾਜ ਸਾਹਿਬ ਜੀ ਨੇ ਚੋਲਾ ਪਾਇਆ, ਦਮਾਲਾ ਬੱਧਾ, ਬਾਣਾ ਪਾ ਕੇ ਕਹਿੰਦੇ ਸਿੱਖਾ ਭੁੱਖ ਲੱਗੀ ਹੈ, ਪ੍ਰਸ਼ਾਦਾ ਹੀ ਛਕਾ ਦੇ। ਸਾਧ ਸੰਗਤ ਜੀ ਪੀਪੇ ਦਾ ਚੁੱਲ੍ਹਾ ਬਣਾਇਆ, ਥੋੜੀ ਜੀ ਰਸਤ ਲੈ ਕੇ ਤੇ ਉੱਥੇ ਤਿਆਰ ਕੀਤਾ, ਤੇ ਮੇਰੇ ਪਾਤਸ਼ਾਹ ਮਹਾਰਾਜ ਦੇ ਬਾਬਤ ਬਚਨ ਸੀ। ਕਹਿਣ ਲੱਗੇ ਸਿੱਖਾ ਤੂੰ ਕਿੰਨਾ ਪਿਆਰ ਕਰਦਾ? ਤੇ ਬਾਬਾ ਨਿਧਾਨ ਸਿੰਘ ਕਹਿੰਦੇ ਗੁਰਮੁਖਾ ਮੇਰਾ ਵੱਸ ਚੱਲੇ, ਮੈਂ ਤੇ ਇੰਨੇ ਲੰਗਰ ਲਾ ਦਾਂ ਵੀ ਜਿਹੜਾ ਲੰਘੇ ਛਕ ਛਕ ਹੀ ਜਾਵੇ। ਪਰ ਮਾਰੇ ਕਹਿੰਦੇ ਫੇਰ ਕੀ ਗੱਲ ਹੈ? ਕਹਿੰਦੇ ਜੀ ਮੇਰੇ ਕੋਲ ਰਸਤਾ ਨਹੀਂ, ਮੇਰਾ ਕੋਈ ਸਾਥ ਨਹੀਂ ਦੇਣ ਦਿਆ ਇੱਥੇ। ਤੇ ਮੇਰੇ ਹਜ਼ੂਰ ਹੱਸ ਕੇ ਕਹਿੰਦੇ ਗੀਸਾ ਮੇਰਾ ਹੱਥ ਤੇਰਾ, ਜਿੰਨਾ ਮਰਜੀ ਕੱਢ ਕੇ ਵਰਤ ਲਈ, ਰਹਿੰਦੀ ਦੁਨੀਆ ਤੱਕ ਤੇਰੇ ਤੋਂ ਸੌਦਾ ਹੀ ਨਹੀਂ ਮੁੱਕਣਾ। ਦਿੰਦਾ ਦੇ ਲੈਂਦੇ ਥੱਕ ਪਾਹੇ, 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 ਦਿੰਦਾ ਦੇ ਲੈਂਦੇ ਥੱਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ, ਵਾਹਿਗੁਰੂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਸਭ ਕੋ ਦੇਵਨ ਹਾਰ, ਕੋ ਦੇਵਨ ਹਾਰ, ਸਭ ਕੋ ਦੇਵਨ ਹਾਰ। ਦਿੰਦੇ ਟੋਟ ਨਾ ਆਵਈ, ਦਿੰਦੇ ਟੋਟ ਨਾ ਆਵਈ, ਦੇ ਤੋਟ ਨਾ ਆਵਈ, ਦਿੰਦੇ ਤੋਟ ਨਾ ਆਵਈ। ਗਣਤ ਪਰੇ ਪੰਡਾਰ, ਗਣਤ ਪਰੇ ਪੰਡਾਰ, ਗਣਤ ਪਰੇ ਪੰਡਾਰ, ਅਗਣਤ ਪਰੇ ਪੰਡਾਰ। ਸਾਧ ਸੰਗਤ ਜੀ
ਆਪਾਂ ਇੱਕ ਸੁਖਮਨੀ ਸਾਹਿਬ ਕਰਾਉਣਾ ਹੋਵੇ, ਮਹੀਨਾ ਪਹਿਲਾਂ ਸਲਾਹ ਕਰੀ ਦੀ, ਕਿੰਨਾ ਕੁ ਲੰਗਰ ਲੱਗੂ, ਕਿੰਨਾ ਖਰਚਾ ਆਊਗਾ। ਨੀਂਦ ਨਹੀਂ ਆਉਂਦੀ ਜੀ, ਪਰ ਧਾਨੀ ਆ ਮੇਰੇ ਨਾਨਕ ਦਾ ਘਰ, ਭਾਵੇਂ 50 ਗੱਡੀਆਂ ਆ ਜਾਣ, 60 ਆ ਜਾਣ, ਕਦੇ ਇਦਾਂ ਹੋਇਆ ਵੀ ਸੰਗਤ ਬੈਠੀ ਹੋਵੇ ਤੇ ਕੜਾਏ 'ਚੋਂ ਦਾਲ ਮੁੱਕ ਗਈ ਹੋਵੇ। ਅਜੇ ਵੀ ਕਈ ਕਹਿਣਗੇ ਬਾਬਾ ਕਿੱਥੇ ਆ, ਗੁਰੂ ਸਾਹਿਬ ਕਿੱਥੇ ਰਹਿੰਦੇ ਆ, ਕਿਤੇ ਦਰਸ਼ਨ ਨਹੀਂ ਹੋਏ। ਕਹਿੰਦੇ ਭਲਿਆ ਤੇਰੇ ਸਾਹਮਣੇ ਤਾਂ ਵਰਤਨ ਦਾ, ਅਜੇ ਕਹਿੰਦਾ ਮੈਨੂੰ ਦਰਸ਼ਨ ਨਹੀਂ ਹੋਏ। ਤੇਰੇ ਸਾਹਮਣੇ ਵੇਖ ਲਾ, ਧਰਤੀ ਦੇ ਥੱਲੇ ਕੀ ਆ ਜੀ, ਬੋਲੋ, ਪਾਣੀ ਆ ਨਾ। ਹਰ ਘਰ ਦੇ ਵਿੱਚ 400 ਫੁੱਟ ਬੋਰ ਆ, ਤੇ ਅਜੇ ਵੀ ਆਪਾਂ ਕਹਿੰਦੇ ਰੱਬ ਹੈਗਾ ਕਿ ਨਹੀਂ। ਸਾਰੀ ਧਰਤੀ ਥੱਲੇ ਪਾਣੀ ਆ, ਤੇ ਪਾਣੀ ਤੇ ਧਰਤੀ ਖਿਲਾਰੀ, ਤੇ ਭੋਰਾ ਵੀ ਪਾਣੀ ਮੈਲਾ ਨਹੀਂ, ਚਿੱਟਾ, ਕਿਰਕ ਨਹੀਂ ਆ ਰਹੀ ਪਾਣੀ ਦੇ ਵਿੱਚ। ਇੱਕ ਕਹਿੰਦਾ ਜੀ, ਇੱਕ ਇਹਦੇ ਥੱਲੇ ਤੇ ਬਲਦ ਖੜੋਤਾ। ਮੇਰੇ ਗੁਰੂ ਨਾਨਕ ਨੂੰ ਸਿੱਧਾ ਨੇ ਕਿਹਾ ਸੀ, ਮਾਰੇ ਕਹਿੰਦੇ ਕਿਹੜਾ ਬਲਦ ਤੁਹਾਡਾ? ਕਹਿੰਦੇ ਜੀ ਉਹਨੇ ਸਿੰਘਾਂ ਤੇ ਚੁੱਕੀ, ਜਦੋਂ ਹਿਲਦਾ ਤੇ ਭੁਚਾਲ ਆਉਂਦਾ। ਮਾਰੇ ਸਾਹਿਬ ਨੇ ਫਿਰ ਜਪਜੀ ਸਾਹਿਬ ਚ ਉਹਦੇ ਅਰਥ ਕੱਢੇ। ਮਾਰੇ ਕਹਿੰਦੇ ਹਾਂ ਬਲਦ ਖੜੋਤਾ ਹੈ, ਪਤਾ ਕਿਹੜਾ? ਧਰਮ ਦਾ ਬਲਦ। ਜਿੰਨਾ ਚਿਰ ਦੁਨੀਆ ਦੇ ਉੱਤੇ ਧਰਮੀ ਬੰਦੇ ਬੈਠੇ ਆ ਨਾ, ਅੱਜ ਵੀ ਉਹ ਰੂਹਾਂ ਬੈਠੀਆਂ ਭੈਣਾਂ ਜਿਨ੍ਹਾਂ ਨੇ 32 ਸਹਿਜ ਪਾਠ ਕੀਤੇ। ਤੁਹਾਡੇ 'ਚ ਵੀ 3-4 ਮੈਂ ਜ਼ਿਕਰ ਨਹੀਂ ਕਰਦਾ, ਜਿਨ੍ਹਾਂ ਨੇ 32 ਸਹਿਜ ਪਾਠ, 34-35, ਜਿਨ੍ਹਾਂ ਦੇ 3-3 ਲੱਖ ਮੂਲ ਮੰਤਰ ਦੇ ਪਾਠ ਹੋ ਚੁੱਕੇ ਆ, ਜਿਨ੍ਹਾਂ ਨੇ 50-50 ਸੁਖਮਨੀ ਸਾਹਿਬ ਜ਼ਬਾਨੀ ਕੰਠ ਹੋਇਆ ਪਿਆ। ਮਹਾਰਾਜ ਕਹਿੰਦੇ ਜਿੰਨਾ ਚਿਰ ਧਰਤੀ ਤੇ ਧਰਮੀ ਬੰਦੇ ਬੈਠੇ ਆ ਨਾ, ਉਹਨਾਂ ਚਿਰ ਧਰਤੀ ਪਾਣੀ ਤੇ ਹੈ। ਜਿਵੇਂ ਜਿਵੇਂ ਘਟਦਾ ਜਾਂਦਾ ਧਰਮ, ਉਵੇਂ ਉਵੇਂ ਮਾੜੇ ਦਿਨ ਆਉਂਦੇ ਜਾਂਦੇ। ਇਹ ਤੁਸੀਂ ਜਪਜੀ ਸਾਹਿਬ 'ਚ ਪੜ੍ਹਦੇ। ਮਾਰੇ ਕਹਿੰਦੇ ਜੋਗੀਆਂ ਨੂੰ ਕਹਿੰਦੇ ਧੌਲ ਧਰਮ, ਕਹਿੰਦੇ ਧੌਲ ਚਿੱਟਾ ਬਲਦ ਕਿਹੜਾ ਧਰਮ, ਤੇ ਮੁੰਡਾ ਕਿਹਦਾ ਵਾ, ਇਹਦੀ ਮਾਂ ਕੌਣ ਹੈ? ਦਇਆ। ਧੌਲ ਧਰਮ ਦਇਆ, ਦਇਆ ਇਹਦੀ ਮਾਂ ਹੈ। ਜਿੰਨਾ ਚਿਰ ਦੁਨੀਆ ਦੇ ਉੱਤੇ ਦਇਆਵਾਨ ਲੋਕ ਬੈਠੇ ਆ ਤੇ ਧਰਮੀ, ਉਹਨਾਂ ਚਿਰ ਧਰਤੀ ਪਾਣੀ ਤੇ ਖੜੋਤੀ, ਤੇ ਆਕਾਸ਼ ਦੇ ਥੱਲੇ ਕੋਈ ਥੰਮੀ ਨਹੀਂ ਹੈਗੀ। ਹੈ ਤੇ ਦੱਸ ਦਿਓ ਹੁਣ, ਆ ਛੱਤ ਜਿਹੜੀ ਕੰਧਾਂ ਤੇ ਹੈ, ਜੇ ਕੰਧਾਂ ਕੱਢ ਦਿਓ ਛੱਤ ਡਿੱਗ ਪੈਣੀ ਹੈ। ਆਕਾਸ਼ ਥੱਲੇ ਕੋਈ ਥੰਮੀ ਨਹੀਂ। ਹੈਰਾਨੀ ਹੁੰਦੀ ਜਦੋਂ ਆ ਕੇ ਕਹਿਣਗੇ ਬਾਬਾ ਜੀ ਰੱਬ ਹੁੰਦਾ, ਬਾਬਾ ਜੀ ਇੰਨੇ ਪਾਠ ਕਰਦੇ ਕਦੀ ਮਹਾਰਾਜ ਦੇ ਦਰਸ਼ਨ ਨਹੀਂ ਹੋਏ। ਬਾਬਾ ਬੁੱਲੇ ਕਹਿੰਦਾ ਉਹ ਤੇ ਤੇਥੋਂ ਵੱਖ ਨਹੀਂ ਤੇਰੀ, ਉਹ ਤੇ ਤੇਥੋਂ ਦੂਰ ਨਹੀਂ ਹੋਏ। ਜਿੰਨਾ ਅੱਖਾਂ ਨਾਲ ਵੇਖਣਾ, ਆਪਣੀਆਂ ਅੱਖਾਂ ਤੇ ਮੋਬਾਈਲ ਨਹੀਂ ਛੱਡਦੀਆਂ, ਤੇ ਮਹਾਰਾਜ ਕਿੱਥੋਂ ਦਿਸਣ? ਬਾਬੇ ਫਰੀਦ ਨੂੰ ਪੁੱਛੋ ਤੇ ਸਹੀ, ਸਾਰਾ ਕੁਝ ਕਾਗ ਨੂੰ ਕਹਿੰਦਾ ਮੇਰਾ ਖਾਲਾ, ਪੈਰਾਂ ਤੋਂ ਲੈ ਕੇ ਸਿਰ ਤੱਕ ਮੈਨੂੰ ਖਾ ਲੈ, ਮੈਨੂੰ ਕਬੂਲ 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 ਹੈ, ਪਰ 2 ਚੀਜ਼ਾਂ ਮੇਰੀਆਂ ਛੱਡ ਦੀ। ਉਹ ਕਿਹੜੀਆਂ ਜੀ? ਇੱਕ ਅੱਖਾਂ, ਇੱਕ ਦਿਲ। ਕਿਉਂਕਿ ਬੰਦੇ ਦੇ 2 ਪਾਰਟ ਇਦਾਂ ਦੇ ਹੈ ਜਿਨ੍ਹਾਂ ਨਾਲ ਆਪਾਂ ਡਿਸਾਈਡ ਕਰਦੇ ਕੁਛ ਵੀ। ਕਿਉਂਕਿ ਦੁਕਾਨ ਤੇ ਜਾਂਦੇ ਆ, ਸੂਟ ਪਸੰਦ ਆਉਂਦਾ ਅੱਖਾਂ ਨੂੰ, ਤੇ ਉਹਨੂੰ ਓਕੇ ਦਿਲ ਕਰਦਾ। ਅੱਖਾਂ ਵੇਂਦੀਆਂ ਤੇ ਦਿਲ ਕਹਿੰਦਾ ਵੀ ਪਸੰਦ ਆ, ਓਕੇ ਹੈ। ਦੋਵੇਂ ਚੀਜ਼ਾਂ ਬਾਬੇ ਫਰੀਦ ਨੇ ਖੁਦਾ ਦੇ ਘਰੋਂ ਮੰਗੀਆਂ। ਇੱਕ ਸ਼ਲੋਕ 'ਚ ਕਹਿੰਦੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ, ਇਹ 2 ਨੈਣਾ ਮੇਰੀਆਂ ਅੱਖਾਂ ਨੂੰ ਨਾ ਛੇੜੀ। ਤੇ ਕਾਗ ਕਹਿੰਦਾ ਕਿਉਂ? ਕਹਿਣ ਲੱਗਾ ਮੈਂ ਚਾਹਣਾ ਜਿੰਨਾ ਚਿਰ ਮੇਰੇ ਸਾਹ ਚੱਲਦੇ, ਮੇਰਾ ਪਿਆਰਾ ਮੈਨੂੰ ਰੋਜ਼ ਮਿਲਣ ਆਉਂਦਾ, ਤੇ ਮੈਂ ਉਹਦੇ ਵੇਖੇ ਬਿਨਾਂ ਰਹਿ ਨਹੀਂ ਸਕਦਾ, ਮੈਂ ਰਹਿ ਨਹੀਂ ਸਕਦਾ। ਹੁਣ ਕਿਉਂਕਿ ਆਪਾਂ ਹੀ ਜਿਹਨੂੰ ਪਿਆਰ ਕਰੀਏ, ਭਾਵੇਂ ਤੁਹਾਡੇ ਬੱਚੇ ਹੀ ਆ, ਤੁਹਾਡੇ ਭੈਣ ਭਰਾ ਅੱਖਾਂ ਸਾਹਮਣੇ ਆ। ਹੁਣ ਤਾਂ ਸੌਖਾ ਵੀ ਆਪਾਂ ਬਾਹਰ ਵੀਡੀਓ ਕਾਲ ਕਰ ਲੈਂਦੇ, ਤੇ ਜੇ ਕਿਤੇ 4 ਦਿਨ ਬੱਚਾ ਫੋਨ ਨਾ ਚੁੱਕੇ ਵਿਦੇਸ਼, ਤੇ ਜਾਨ ਨਿਕਲ ਜਾਂਦੀ ਮਾਂ ਪਿਓ ਦੀ। ਸਾਡਾ ਬੱਚਾ ਫੋਨ ਨਹੀਂ ਚੁੱਕਣ ਦਿਆ, ਨਿਕਲਦੀ ਕਿ ਨਹੀਂ? ਬਸ ਇਦਾਂ ਹੀ ਜਿਹੜੇ ਗੁਰੂ ਨੂੰ ਪਿਆਰ ਕਰਦੇ, ਜਦੋਂ ਗੁਰਦੁਆਰਿਓਂ ਨਾਗਾ ਪੈਂਦਾ, ਉਹਨਾਂ ਦੀ ਵੀ ਜਾਨ ਨਿਕਲਦੀ ਹੈ, ਉਹਨਾਂ ਦਾ ਵੀ ਨਿਤਨੇਮ ਟੁੱਟਦਾ ਏ। ਕਿਤੇ ਪੁੱਛਿਓ ਭਾਈ ਪੱਲੇ ਦੀ ਕਥਾ ਮੈਂ ਸੁਣਾਵਾਂਗਾ ਕਿਸੇ ਦਿਨ ਤੁਹਾਨੂੰ, ਅੱਜ ਨਹੀਂ ਟਾਈਮ। ਉਹਨਾਂ ਦੀ ਮਾਂ, ਕਿਉਂਕਿ ਲੜੀਵਾਰ ਕਥਾ, ਉਹ ਸਖੀ ਸਰਵਰੀਆਂ ਦੇ ਘਰ ਵਿਆਹੀ ਗਈ, ਤੇ ਰਾਤ 'ਚ ਮਹਾਰਾਜ ਦਾ ਦੀਵਾਨ ਲੱਗਾ ਸੀ, ਤੇ ਆਪਣੇ ਪਤੀ ਨੂੰ ਕਹਿੰਦੀ ਮੈਂ ਜ਼ਿੰਦਗੀ 'ਚ ਕੁਛ ਨਹੀਂ ਮੰਗੂੰਗੀ, ਜਿੱਥੇ ਬਿਠਾਵੇਂਗਾ ਬਹਿ ਜਾਊਂਗੀ, ਤੂੰ ਮੇਰਾ ਜੀਵਨ ਸਾਥੀ ਹੈ। ਉਦੋਂ ਡੋਲੀਆਂ ਚੁੱਕ ਕੇ ਲਿਜਾਂਦੇ ਸੀ, ਤੇ ਕਿੰਨਾ ਪਿਆਰ ਜਾਗਿਆ। ਕਹਿਣ ਲੱਗੀ
ਇੱਕ ਬੇਨਤੀ ਹੈ ਮੇਰੀ ਤੈਨੂੰ ਵੀ ਆ ਜਿਹੜੇ ਮੇਰੀ ਡੋਲੀ ਚੁੱਕਣ ਵਾਲੇ ਨਾ, ਇਹਨਾਂ ਨੂੰ 15 ਕੁ ਮਿੰਟ ਇੱਥੇ ਰੋਕ। ਤੇ ਕਹਿੰਦਾ ਤੂੰ ਜਾਣਾ ਕਿੱਥੇ ਹੈ? ਕਹਿੰਦੀ ਮੇਰੇ ਪਾਤਸ਼ਾਹ ਦਾ ਦੀਵਾਨ ਲੱਗਾ ਵਾ ਤੇ ਮੈਂ ਸਿਰਫ 5 ਮਿੰਟ ਜਾ ਕੇ ਨਾ ਸੰਗਤ ਦੇ ਤੇ ਗੁਰੂ ਦੇ ਦਰਸ਼ਨ ਹੀ ਕਰਕੇ ਆਈ। ਅੱਜ ਕਿੱਧਰ ਚਲੇ ਗਈਆਂ ਧੀਆਂ? ਦੁੱਖ ਆਉਂਦਾ ਹੈ, ਗੁੱਸਾ ਨਾ ਕਰ ਲਿਓ। ਲਾਈਵ ਚੱਲਣ ਦਿਆ ਜਦੋਂ ਇੱਕ ਸਿੱਖ ਦੀ ਧੀ ਕਹਿੰਦੀ ਪੈਲੀ ਵੀ ਠੀਕ ਆ, ਕੋਠੀ ਵੀ ਠੀਕ ਆ, ਪਰਿਵਾਰ ਵੀ ਠੀਕ ਆ, ਸਟੱਡੀ ਵੀ ਠੀਕ ਆ, ਕੁਆਲੀਫਿਕੇਸ਼ਨ ਵੀ ਠੀਕ ਆ, ਪੰਗਾ ਕਿੱਥੇ ਹੈ? ਕਹਿੰਦੀ ਮੁੰਡੇ ਦੀ ਦਾੜੀ ਆ। ਤੁਹਾਡਾ ਭਲਾ ਹੋ ਜੇ, ਤੁਹਾਡਾ ਸਿੱਖੋ। ਤੁਸੀਂ ਬਾਬਾ ਜੋਰਾਵਰ ਫਤਿਹ ਸਿੰਘ ਨੂੰ ਭੁੱਲ ਗਏ? ਨਿੱਕੇ ਨਿੱਕੇ ਬਾਲ ਗੁਰੂ ਦੇ ਜਿਹੜੇ ਕੰਧ ਦੇ ਵਿੱਚ ਖੜੋਤੇ ਸੀ, ਤੇ ਜਦੋਂ ਗੋਡੇ ਤੇ ਕੰਧ ਆਈ ਤੇ ਮਿਸਤਰੀ ਕਹਿਣ ਲੱਗਾ, ਇੱਟ ਭੰਨਣ ਲੱਗਾ, ਤੇ ਲਾਗੇ ਖੜੋਤਾ ਕਾਜੀ ਕਹਿੰਦਾ ਓਏ ਇਹ ਕੀ ਕਰਦਾ ਏ? ਕਹਿੰਦੇ ਜੀ ਕੰਧ ਵਿੰਗੀ ਹੁੰਦੀ ਹੈ ਤੇ ਮੈਂ ਸਿੱਧੀ ਕਰਨੀ ਤੇ ਟੋਟਾ ਲਾਉਣਾ ਪੈਣਾ, ਤੁਹਾਡੇ ਚ ਮਿਸਤਰੀ ਬੈਠੇ ਆ। ਉਹ ਕਹਿਣ ਲੱਗਾ ਟੋਟਾ ਕਿਉਂ ਲਾਉਣਾ, ਸਰਕਾਰੀ ਇੱਟ ਨਹੀਂ ਤੋੜਨੀ। ਕਹਿੰਦੇ ਜੀ ਫਿਰ ਕੰਧ ਸਿੱਧੀ ਨਹੀਂ ਹੋਣੀ। ਕਹਿੰਦੇ ਤੇਰੇ ਸਕੇ ਲੱਗਦੇ ਨੇ। ਵੇਖੋ ਆਪਣੇ ਬੱਚਿਆਂ ਨੂੰ ਸਾਹਮਣੇ ਲਿਆਇਓ। ਹੁਣ ਤੁਹਾਡੇ ਅਮਰੀਕਾ ਕੈਨੇਡਾ ਬੈਠੇ ਪਾਲੇ ਆ ਜੀ, ਹੱਸਣ ਦੀ ਲੋੜ ਨਹੀਂ, ਸੀਰੀਅਸ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦੇ ਦਾਤੇ ਕਹਿਣ ਲੱਗਾ ਤੇਰੇ ਸਕੇ ਲੱਗਦੇ ਆ, ਤੂੰ ਸਰਕਾਰ ਦੀ ਇੱਟ ਨਹੀਂ ਖਰਾਬ ਕਰਨੀ, ਇਹਨਾਂ ਦਾ ਜੋ ਮਰਜ਼ੀ ਤੋੜ ਦੇ। ਇਤਿਹਾਸ ਗਵਾਹੀ ਦਿੰਦਾ, ਜੇ ਗੋਰਾ ਅਮਰੀਕਾ ਦਾ ਰਿਸਰਚ ਕਰਕੇ ਕਹਿੰਦਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜੇ ਕਿਤੇ, ਲੋਕੀ ਕਹਿੰਦੇ ਅਮਰੀਕਾ, ਜਿੱਥੇ 2-3 ਕਰੋੜ ਦਾ ਬੰਗਲਾ ਮਿਲਦਾ। ਪਰ ਗੋਰਾ ਕਹਿੰਦਾ ਨਹੀਂ ਓਏ ਸਿੱਖੋ, ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਫਤਿਹਗੜ੍ਹ ਸਾਹਿਬ। ਪੁੱਛਿਆ ਕਿਉਂ ਮਹਿੰਗੀ ਹੈ? ਕਹਿੰਦੇ ਮੈਂ ਪੂਰਾ ਵਰਲਡ ਘੁੰਮਿਆ, ਪੱਕਾ ਸਿਟੀਜ਼ਨ ਅਮਰੀਕਾ ਦਾ, ਪਰ ਕਹਿੰਦਾ ਜਦੋਂ ਮੈਂ ਚੱਲਦਾ ਚੱਲਦਾ ਫਤਿਹਗੜ੍ਹ ਆਇਆ ਤੇ ਇੱਕ ਮੰਜੇ ਜਿੰਨੀ ਜਗ੍ਹਾ, ਜਿੰਨੇ ਥਾਂ 'ਚ ਅਸੀਂ ਬੈਠੇ ਆ ਨਾ ਕਥਾ ਕਰਨ ਦੇ, ਇੰਨੀ ਜਗ੍ਹਾ ਅੱਜ 2 ਅਰਬ ਤੇ 50 ਕਰੋੜ ਰੁਪਈਏ ਦੀ ਕਿਤੇ ਦੁਨੀਆ ਦੇ ਨਕਸ਼ੇ 'ਚ ਹੈ। ਤੇ ਫਤਿਹਗੜ੍ਹ ਇੰਨੀ ਮਹਿੰਗੀ ਜਗ੍ਹਾ ਵਿਕੀ ਸੀ। ਉਹ ਗੋਰੇ ਵੀ ਮੱਥਾ ਟੇਕਦੇ ਆ ਕੇ, ਤੇ ਆਪਣਿਆਂ ਨੂੰ ਕੀ ਹੋ ਗਿਆ? ਕਮਾਲ ਹੋਈ ਪਈ। ਮਾਂ ਨੇ ਅੰਮ੍ਰਿਤ ਛਕਿਆ, ਪਿਓ ਨੇ ਛਕਿਆ, ਭਰਾ ਨੇ, ਤੇ ਭੈਣ ਆਖਣ ਦੀ ਮੈਂ ਤਾਂ ਪਸੰਦ ਹੀ ਨਹੀਂ ਕਰਨਾ। ਹੁਣ ਇਹ ਗੱਲ ਕਈਆਂ ਨੂੰ ਲੱਗੂ, ਪਰ ਮੈਂ ਕੀ ਕਰਾਂ, ਜੇ ਆਪਾਂ ਨਾ ਬੋਲਾਂਗੇ ਕਥਾ 'ਚ ਤੇ ਕੌਣ ਬੋਲੂ? ਇੰਨਾ ਬੁਰਾ ਹਾਲ ਹੋ ਚੱਲਿਆ। ਇੱਕ ਮੂੰਹ ਚੁੰਮਣ ਚੱਟਣ ਬਦਲੇ ਅਸੀਂ ਗੁਰੂ ਨੂੰ ਤਿਆਗ ਸੁੱਟਿਆ। ਅੱਜ ਕੀ ਲੈ ਜਾਣਾ ਇੱਥੋਂ? ਜ਼ਿੰਦਗੀ ਆ ਸਰੀਰ ਗੰਦਗੀ ਦਾ ਪੁਤਲਾ, ਇਹਨੂੰ ਸਵੇਰੇ ਸ਼ਾਮ ਇੰਨਾ ਪਾਊਡਰ, ਇੰਨਾ ਸੈਂਟ, ਇੰਨਾ ਨਵਾਈ ਧਵਾਈ ਦਾ, ਫੇਰ ਗੰਦਾ ਹੀ ਹੋ ਜਾਂਦਾ। ਇਹਦੇ ਪੱਲੇ ਕੁਛ ਨਹੀਂ, ਗੰਦਗੀ ਓਨਲੀ। ਪਰ ਮੇਰੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਉਸ ਗੋਰੇ ਨੇ ਆਖਿਆ, ਕਹਿਣ ਲੱਗੇ ਮੇਰਾ ਸਿਰ ਝੁਕਿਆ, ਇੱਕ ਮੰਜੇ ਜਿੰਨੀ ਜਗ੍ਹਾ, 2 ਅਰਬ 50 ਕਰੋੜ, ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ ਨਾ, ਪੂਰੀ ਵਰਲਡ ਦੇ ਵਿੱਚ ਉਹ ਜਗ੍ਹਾ ਤੇ ਅੱਜ ਆਪਣੀ ਵੀ ਹਾਜ਼ਰੀ ਲੱਗ ਗਈ। ਇਹ ਨਾ ਸਮਝਿਓ ਕਿਸੇ ਬੰਦੇ ਦਾ ਕਥਾ 'ਚ ਨਾਂ ਲਈਏ ਤੇ ਅਗਲਾ ਕਹਿੰਦਾ ਸ਼ਾਬਾਸ਼। ਅੱਜ ਆਪਾਂ ਉਹਨਾਂ ਦਾ ਜ਼ਿਕਰ ਕੀਤਾ, ਤੁਸੀਂ ਜਿੰਨੇ ਬੈਠੇ ਆ ਨਾ, ਸਾਰਿਆਂ ਦੀ ਹਾਜ਼ਰੀ ਉਹਨਾਂ ਦੇ ਕੋਲ ਹੈ। ਤੇ ਉਹ ਕਿੱਥੇ ਰਹਿੰਦੇ ਆ ਸਾਹਿਬਜ਼ਾਦੇ? ਦਰਗਾਹ 'ਚ। ਤੇ ਜਿੱਦਾਂ ਕਿਸੇ ਦਾ ਮਿੱਤਰ ਸੱਜਣ ਕੈਨੇਡਾ ਅਮਰੀਕਾ ਹੋਵੇ ਤੇ ਕਿਤੇ ਲੋੜ ਪਵੇ ਤੁਹਾਨੂੰ, ਆਪਾਂ ਕਹੀਦਾ ਵੀ ਭਾਈ ਸਾਹਿਬ ਜੀ ਮੇਰਾ ਕੋਈ ਨਹੀਂ ਬਾਹਰ, ਤੇ ਮੇਰੀ ਹੈਲਪ ਕਰੋਗੇ, ਤੇ ਕਰਦੇ ਵੀ ਆ। ਪਰ ਮਹਾਰਾਜ ਕਹਿੰਦੇ ਕਥਾ ਸੁਣਦਾ ਏ, ਉਹਨਾਂ ਦੇ ਨਾਂ ਤੇ ਜਕਾਰੇ ਛੱਡਦਾ, ਚੇਤਾ ਰੱਖੀ ਜਿੱਦਣ ਸਾਰਾ ਪਿੰਡ ਲੱਕੜਾਂ 'ਚ ਰੱਖ ਗਿਆ ਤੈਨੂੰ ਲੈਣ ਆਉਣਗੇ। ਐਵੇਂ ਨਹੀਂ ਗੁਰੂ ਸਾਹਿਬ ਕਥਾ ਲਿਖ ਕੇ ਦੇ ਗਏ ਵੀ ਦੁਨੀਆ ਕਿਤੇ ਉਦਾਂ ਹੀ ਆ ਕੇ ਬਹਿ ਜਾਂਦੀ ਹੈ। ਕਈ ਕਹਿ ਦਿੰਦੇ ਐ ਜੀ ਅਸੀਂ ਤੇ ਬੜੇ ਬੀਜੀ ਆ, ਇਹ ਤੇ ਲੋਕੀ ਵੇਲੀਆਂ ਭੈਣਾਂ ਬੰਦੇ, ਇਹਨਾਂ ਦਾ ਤੇ ਸਰਦਾ ਤੇ ਵੇਲੇ ਤਾਂ ਆਉਂਦੇ ਗੁਰਦੁਆਰੇ। ਤੇ ਮਹਾਂਪੁਰਖ ਕਹਿੰਦੇ ਹੁੰਦੇ ਤੂੰ ਬੀਜੀ ਹੋ ਜਾ, ਹੋਰ ਮੈਂ ਵੇਖੂੰਗਾ ਜਿੱਦਣ ਤੂੰ ਕਾਲ ਚਲਾਣਾ ਕੀਤਾ ਤੇਰਾ ਸੋਨੇ ਦਾ ਮਹਿਲ ਬਣਾਉਂਦੇ। ਤੈਨੂੰ 2.5 ਕੁਆਂਟਲ ਲੱਕੜਾਂ ਦੇ ਕੇ ਨਾ ਤੋਰਿਆ ਤੇ ਆਖੀ ਤੂੰ ਗੁਰੂ ਦੀ ਸੰਗਤ ਦੀ ਨਿੰਦਿਆ ਕਰਦਾ, ਆਪ ਤੇ ਆਉਣਾ ਨਹੀਂ। ਤੇ ਕਈ ਕਹਿਣਗੇ ਤੇ ਵੇਲੇ ਤੁਰ ਪਏ ਗੁਰਦੁਆਰੇ, ਵੀ ਤੂੰ ਬਹੁਤ ਬੀਜੀ ਐ, ਤੂੰ ਸੋਨੇ ਦੀ ਕੋਠੀ ਪਾਲਣੀ, ਦੂਜੇ ਰਹਿ ਗਏ ਐ। ਮਹਾਰਾਜ ਕਹਿੰਦੇ ਚੱਲ ਜੇ ਪਾ ਵੀ ਲਵੇਂਗਾ ਤੇ ਫਿਰ ਵੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਬੰਦੇ ਦਾ ਜ਼ਿਕਰ ਆਉਂਦਾ, ਉਹਦੇ ਵਰਗਾ ਕੋਈ ਨਹੀਂ ਹੋਇਆ। ਉਹ ਕੌਣ ਸੀ? ਲੰਕਾ ਗੜ ਸੋਇਨੇ ਕਾ ਭਇਆ ਮੂਰਖ ਰਾਵਣ।
ਕਹਿੰਦੇ ਤੂੰ ਇੰਨੀ ਕਮਾਈ ਕਰ ਲਾ, ਅਮਰੀਕਾ 'ਚ ਆਪਣੀ ਜ਼ਮੀਨ ਲੈ ਲਾ, ਘਰ ਲੈ ਲਾ, ਪਰ ਇੱਕ ਗੁਰਬਾਣੀ 'ਚ ਉਹ ਬੈਠਾ ਹੀ ਜਿਹਦਾ ਦੇਸ਼ ਹੀ ਸੋਨੇ ਦਾ ਸੀ, ਜਿਹਦੀਆਂ ਟੂਟੀਆਂ ਤੋਂ ਲੈ ਕੇ ਨਲਕਿਆਂ ਤੱਕ, ਗਲੀਆਂ ਤੱਕ, ਪੱਖੇ ਤੱਕ, ਚੌਂਕਾਂ ਦੇ ਵਿੱਚ ਫੱਟਿਆਂ ਤੱਕ ਸੋਨੇ ਦੇ ਸੀ। ਪਰ ਉਹਨੂੰ ਗੁਰਬਾਣੀ ਨੇ ਕੀ ਆਖਿਆ? ਮੂਰਖ, ਕੁਛ ਨਹੀਂ ਲੈ ਕੇ ਗਿਆ। ਤੇ ਆਪਣੇ ਤੇ 3-4 ਮੁੰਡੇ ਤੇ 5-6 ਪੋਤਰੇ ਹੋਣਗੇ, ਉਹਦਾ 1 ਲੱਖ ਮੁੰਡਾ ਤੇ 1.25 ਲੱਖ ਪੋਤਰਾ। ਤੁਹਾਡੇ 'ਚ ਗੁਰਬਾਣੀ ਨੂੰ ਇਸ਼ਕ ਕਰਨ ਵਾਲੇ ਬੈਠੇ, ਮਾਰੇ ਕਹਿੰਦੇ 1 ਲੱਖ ਪੂਤ 1.25 ਲੱਖ ਤੇ ਰਾਵਣ ਘਰ। ਕਹਿੰਦੇ ਦੀਵਾ ਬੱਤੀ ਜਗਾਉਣ ਵਾਲਾ ਨਹੀਂ ਕੋ ਬਚਿਆ। ਇਸ ਕਰਕੇ ਸੰਗਤੇ ਬੜੇ ਆਪਾਂ ਅਮੀਰ ਹੈ, ਕਿਉਂਕਿ ਜਿਨ੍ਹਾਂ ਨੂੰ ਗੁਰੂ ਨਾਨਕ ਵਰਗਾ ਪਿਤਾ ਮਿਲਿਆ। ਆਪਾਂ ਗੋਦੀ 'ਚ ਬੈਠੇ ਤੇ ਰਾਏ ਬੁਲਾਰ ਜੀ ਕਹਿੰਦੇ ਭਾਈਆ ਜੈ ਰਾਮ, ਤੇਰੇ ਕਰਮ ਜਾਗੇ, ਤੇਰਾ ਰੱਬ ਦੇ ਨਾਲ ਰਿਸ਼ਤਾ ਜੁੜਿਆ। ਇਸ ਰੱਬੀ ਰੂਪ ਨੂੰ ਕਦੇ ਵੀ ਭੁਲਾਵੀਂ ਨਾ ਤੇ ਸੇਵਾ ਕਰ। ਜੈ ਰਾਮ ਤਬ ਹਰ ਕਾਏ ਦੇ ਦੇਖੈ, ਬਾਗ ਜਗੇ ਆਪਣੇ ਵਡ ਜਾਣਾ। ਕਹਿੰਦੇ ਭਾਈਆ ਜੈ ਰਾਮ ਜੀ ਦੀਆਂ ਅੱਖਾਂ ਭਰ ਆਈਆਂ, ਭਾਵੇਂ ਜਜਮਾਨ ਹੈ, ਜਵਾਈ ਹੈ, ਪਰ ਜਦੋਂ ਰਾਏ ਬੁਲਾਰ ਦੇ ਮੂੰਹ ਤੋਂ ਬਾਬੇ ਦੀ ਕਥਾ ਸੁਣੀ, ਜਿੰਨਾ ਚਿਰ ਆਪਾਂ ਕਿਸੇ ਬਾਰੇ ਜਾਣਦੇ ਨਹੀਂ ਉਹਨਾਂ ਚਿਰ ਕਿਦਾਂ ਪਤਾ ਲੱਗਦਾ। ਤੋ ਇਸ ਕਰਕੇ ਕਹਿੰਦੇ ਅੱਖਾਂ 'ਚ ਜਾਲ ਆ ਗਿਆ, ਹੱਥ ਜੁੜ ਗਏ ਤੇ ਕਹਿਣ ਲੱਗੇ ਰਾਏ ਬੁਲਾਰ ਕਹਿੰਦੇ ਕੀ ਹੋਇਆ ਭਾਈ ਜਈਆ ਰਾਮ, ਕੀ ਗੱਲ ਹੋਈ ਤੁਹਾਨੂੰ? ਕਹਿਣ ਲੱਗੇ ਬਾਪੂ ਮੇਰੇ ਵੱਡੇ ਭਾਗ ਹੈ, ਮੈਨੂੰ ਬੜੀ ਖੁਸ਼ੀ ਨਸੀਬ ਹੋ ਰਹੀ ਹੈ ਕਿ ਮੇਰਾ ਨਾਨਕ ਦੇ ਨਾਲ, ਉੱਚੀ ਬੋਲਦੇ ਹੋ, ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਚੇਤੇ ਕਰਦੇ। ਮਹਾਰਾਜ ਮੇਰਾ ਚੁੱਪ ਹੋ ਜਾਂਦੇ ਆ, ਮਹਾਰਾਜ ਤੁਹਾਡੇ ਰਿਸ਼ਤੇਦਾਰ ਨਹੀਂ ਹੈ। ਗੁਰਬਾਣੀ ਕਹਿੰਦੀ ਸਾਰਿਆਂ ਨੂੰ ਵਿਆਹ 'ਚ ਪੁੱਛਦਾ ਹੀ, ਮਾਸੀ ਪ੍ਰਸ਼ਾਦਾ ਛਕ ਲਿਆ, ਮਾਮਾ ਜੀ ਚਾਹ ਪੀ ਲਈ, ਭਾਬੀ ਜੀ ਤੁਸੀਂ ਜਲ ਪਾਣੀ, ਸਾਰਿਆਂ ਦਾ ਖਿਆਲ ਰੱਖਦਾ। ਕਹਿੰਦੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਵੀ ਸਤਿਗੁਰੂ ਤੁਸੀਂ ਸਵੇਰ ਦੇ ਮੇਰੇ ਘਰੇ ਆਏ, ਸੁਖਮਨੀ ਸਾਹਿਬ ਪੜ੍ਹਿਆ, ਤੁਸੀਂ ਮੇਰੇ ਤੋਂ ਖੁਸ਼? ਜਦੋਂ ਪੁੱਛੋਗੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਮਹਾਰਾਜ ਨੇ ਕਹਿਣਾ ਵੀ ਮੈਂ ਨਹੀਂ ਖੁਸ਼, ਤੂੰ ਮੇਰੇ ਕੋਲ ਸਵੇਰ ਦਾ 5 ਮਿੰਟ ਵੀ ਬੈਠਾ। ਫਿਰ ਉੱਥੇ ਆਪੇ ਗੱਲਾਂ ਕਰਦੇ ਆ ਮਹਾਰਾਜ ਵੀ ਜਿਉਂ ਲਿਆ ਕੇ ਆਰੰਭ ਕਰਾਤਾ ਪਾਠ, ਤੂੰ ਭੱਜਾ ਫਿਰਦਾ ਏ, ਭੋਗ ਪੈ ਗਿਆ, ਮੁੱਖ ਵਾਕ ਹੋ ਗਿਆ, ਅਜੇ ਵੀ ਕਹਿੰਦਾ ਤੁਸੀਂ ਮਹਾਰਾਜ ਛੱਡ ਆਓ ਤੇ ਮੈਂ ਰਿਸ਼ਤੇਦਾਰ ਸੰਭਾਲਾਂ। ਜੇ ਮਹਾਰਾਜ ਨੂੰ ਪੁੱਛੀਏ ਮਹਾਰਾਜ ਤੁਸੀਂ ਖੁਸ਼ ਆ, ਮਹਾਰਾਜ ਕਹਿਣਗੇ ਤੂੰ ਮੇਰੇ ਕੋ ਆਇਆ ਹੀ ਨਹੀਂ, ਮੇਰੇ ਕੋ ਤਾਂ ਤੂੰ ਬੈਠਾ ਨਹੀਂ, ਤੇ ਫਿਰ ਰਿਸ਼ਤਾ ਜੁੜਨਾ ਹੈ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ। ਗੁਰੂ ਗ੍ਰੰਥ ਸਾਹਿਬ ਪਤਾ ਕਿੰਨਾ ਚਾਅ ਕਰਦੇ, ਹਰ ਬੰਦੇ ਨੂੰ ਹੁੰਦਾ, ਮੈਨੂੰ ਹੁੰਦਾ ਤੁਸੀਂ ਬੁਲਾਓ, ਤੁਹਾਨੂੰ ਚਾਅ ਹੁੰਦਾ ਕਿ ਬਾਬਾ ਜੀ ਬੁਲਾਉਣ, ਹਰ ਕਿਸੇ ਨੂੰ ਨਾ ਬੁਲਾਈਏ। ਕਹਿੰਦੇ ਜੀ ਤੁਸੀਂ ਬੁਲਾਇਆ ਨਹੀਂ। ਗੁਰੂ ਗ੍ਰੰਥ ਸਾਹਿਬ ਪਤਾ ਕਿੰਨਾ ਚਾਅ ਕਰਦੇ, ਮਹਾਰਾਜ ਆਵਾਜ਼ ਕਿੰਨੀ ਪਿਆਰੀ ਮਾਰਦੇ ਤੁਹਾਨੂੰ, ਆਵੋ ਸਿੱਖ ਸਤ ਗੁਰ ਕੇ ਪਿਆਰੇ ਕਹਿ ਕੇ ਬੁਲਾਉਂਦੇ। ਤੇ ਫਿਰ ਇਹ ਗੱਲ ਕਹਿੰਦੇ ਵੀ ਆ ਗਏ ਆ, ਕਿਤੇ ਚਾਹ ਪਕੌੜੇ ਖਾ ਕੇ ਨਾ ਮੁੜ ਜਿਓ, ਗੱਲਾਂ ਕਰਕੇ ਨਾ ਮੁੜ ਜਿਓ। ਗੁਰੂ ਗ੍ਰੰਥ ਸਾਹਿਬ ਬੋਲਦੇ ਐ ਕੀ ਕਹਿੰਦੇ, ਆਵੋ ਤੇ ਆ ਕੇ ਕਰਨਾ ਕੀ, ਮੇਰੇ ਨਾਲ ਗੱਲਾਂ ਕਰੋ। ਗੁਰੂ ਕਹਿੰਦਾ ਮੇਰੇ ਨਾਲ ਗੱਲਾਂ ਕਰੋ, ਮੇਰਾ ਵੀ ਦਿਲ ਕਰਦਾ ਮੈਂ ਤੁਹਾਡੇ ਨਾਲ ਦੁੱਖ ਸੁੱਖ ਕਰਾਂ, ਪਰ ਤੁਸੀਂ ਤੇ ਮੈਨੂੰ ਟਾਈਮ ਹੀ ਨਹੀਂ ਦਿੰਦੇ। ਇਹ ਸੱਚ ਹੈ, ਅੱਜ ਦੀ ਜ਼ੁਬਾਨ ਦੇ ਵਿੱਚ ਮਹਾਰਾਜ ਦੇ ਕੋਲ ਕੋਈ ਨਹੀਂ ਬਹਿੰਦਾ, ਸਾਰੇ ਦੂਜਿਆਂ ਦੇ ਕੋਲ ਬਹਿੰਦੇ ਆ ਵੀ ਉਹ ਵੀ ਗੁੱਸੇ ਨਾ ਹੋ ਜੇ, 2 ਮਿੰਟ ਇਹਨੂੰ ਵੀ ਮਿਲ ਹੀ ਲਈਏ। ਪਰ ਥੋੜਾ ਜਿਹਾ ਯਤਨ ਕਰਿਆ ਕਰੋ, ਟਰਾਲੀ ਤੇ ਨਾ ਲਿਖ ਛੱਡੋ ਮੇਰਾ ਰੁੱਸੇ ਨਾ, ਉੱਤੇ ਰੂੜੀ ਲੱਦ ਕੇ ਲਈ ਜਾਂਦਾ, ਟਰਾਲੀਆਂ ਤੇ ਲਿਖਿਆ ਰਹਿ ਗਿਆ ਮੇਰਾ ਰੁੱਸੇ ਨਾ, ਕਲਗੀਆਂ ਵਾਲਾ ਬਣਾਇਆ ਹੁੰਦਾ। ਜਦੋਂ ਕਿਸੇ ਦਾ ਬੱਚਾ ਕਮਾਈ ਕਰੇ ਤੇ ਮਾਂ ਰੁਮਾਲਾ ਲੈ ਕੇ ਆਉਂਦੀ, ਡੱਬਾ ਲੈ ਕੇ, ਮਹਾਰਾਜ ਮੇਰੇ ਬੱਚੇ ਕਮਾਈ ਕਰਦੇ, ਖੁਸ਼ੀ ਹੁੰਦੀ ਜੀ ਮਾਂ ਪਿਓ ਨੂੰ। ਪਰ ਜਦੋਂ ਇਦਾਂ ਸਿੱਖ ਬਹਿ ਕੇ ਸਿਮਰਨ ਕਰਦੇ ਫਿਰ ਮੇਰਾ ਗੁਰੂ ਨਾਨਕ ਖੁਸ਼ ਹੁੰਦਾ। ਮਹਾਰਾਜ ਕਹਿੰਦੇ ਹੈਗੇ ਆ ਮੇਰੇ ਵੀ, ਸਾਰੇ ਧੰਦਿਆਂ ਵਾਲੇ ਨਹੀਂ, ਮੇਰੇ ਵੀ ਹੈਗੇ ਆ, ਭਾਵੇਂ ਇੱਕ ਪਿੰਡ 'ਚ 2-3 ਹੀ ਆ। ਆ ਜਿੰਨੀ ਸੰਗਤ ਮੇਰੇ ਖਿਆਲ ਦੇ ਵਿੱਚ ਵੀ 15-16 ਪਿੰਡਾਂ ਦੀ ਹੈ। ਪਿਆਰ ਵਾਲੇ ਬੈਠੇ, ਦੂਜੇ ਤੇ ਬਹਿ ਬਹਿ ਨਿਕਲ ਜਾਂਦੇ, ਆਖੋ ਸਤਨਾਮ। ਜਿਹਨੂੰ ਪਿਆਰ ਹੈ ਮਹਾਰਾਜ ਨੂੰ ਵੀ ਖੁਸ਼ੀ ਹੁੰਦੀ ਵੀ ਮੇਰੇ ਵਾਲੇ ਵੀ ਹੈਗੇ, ਕਿਉਂਕਿ ਕਲਯੁਗ ਨੇ ਕੰਬਲ ਲਿਆ ਸੀ ਨਾ, ਵਿੱਚ ਮੋਹਰੀਆਂ ਸੀ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਆਹ ਕਾਤੋਂ ਪਾਟਾ ਲਈ ਫਿਰਦਾ, ਕਹਿੰਦੇ ਬਾਬਾ
ਮੈਂ ਤੇ ਸਾਰਿਆਂ ਤੇ ਪਾਇਆ, ਪਰ ਆ ਜਿਹੜੇ ਤੇਰੇ ਵਾਲੇ ਵਿੱਚ ਦੀ ਨਿਕਲ ਗਏ। ਇਹ ਜਿਹੜੇ ਤੇਰੇ ਵਾਲੇ ਨਾ ਸਵੇਰੇ ਤੜਕੇ 3 ਵਜੇ ਉੱਠ ਕੇ ਇਸ਼ਨਾਨ ਕਰਦੇ, ਸ਼ਾਮਾਂ ਨੂੰ ਆ ਕੇ ਬਹਿੰਦੇ, ਮੈਂ ਤੇ ਕੰਬਲ ਸਾਰੀ ਦੁਨੀਆ ਤੇ ਪਾਤਾ ਆਪਣਾ, ਤਬਾਹ ਕਰ ਦੇਣੇ ਮੈਂ ਲੋਕ ਮਾੜੇ ਕੰਮਾਂ 'ਚ। ਪਰ ਕਹਿੰਦੇ ਆ ਜਿਹੜੇ ਤੇਰੇ ਵਾਲੇ ਆ ਨਾ, ਇਹ ਵਿੱਚ ਦੀ ਨਿਕਲ ਆਉਂਦੇ, ਉਹਨਾਂ 'ਚ ਤੁਹਾਡੀ ਗਿਣਤੀ ਹੈ। ਸਾਧ ਸੰਗਤ ਜੀ, ਕੰਬਲ ਪਾੜ ਕੇ ਕਲਯੁਗ ਦਾ ਸੌਖਾ ਕਿਤੇ ਗੁਰੂ ਕੋ ਬਹਿਣਾ। ਪਹਿਲਾਂ ਤਾਂ ਘਰਦਿਆਂ ਦੀਆਂ ਸੁਣਨੀਆਂ ਪੈਂਦੀਆਂ, ਉਹ ਕਹਿੰਦੇ ਤੁਰ ਪਏ ਐ, ਫਿਰ ਰਸਤੇ 'ਚ ਆਉਂਦਿਆਂ ਕਈਆਂ ਦੀਆਂ ਸੁਣਨੀਆਂ, ਤੇ ਫਿਰ ਇੱਥੇ ਆ ਕੇ ਕਿਹੜਾ ਕੋਈ ਬਖਸ਼ਦਾ, ਕੋਈ ਸਤਨਾਮ ਸ੍ਰੀ। ਇਹ ਕੰਬਲ ਦੇ ਵਿੱਚੋਂ ਨਿਕਲਣਾ ਬੜਾ ਔਖਾ, ਹੀਰੇ ਵਿੱਚ ਛੇਕ ਪਾਉਣਾ ਤੇ ਕਿਸੇ ਇਲਮ ਦਾ ਔਖਾ। ਕੋਈ ਬਿਊਟੀ ਪਾਰਲਰ ਜਾਵੇ, ਪੈਲਸ ਜਾਵੇ, ਬਾਜ਼ਾਰ ਜਾਵੇ, ਨੱਚਣ ਜਾਵੇ, ਕਦੇ ਨਾ ਕਹੂ ਗੁਰਦੁਆਰੇ ਤੁਰ ਪੋ, ਵੀ ਰੋਕਣਗੇ। ਇਹ ਕਲਯੁਗ ਦੇ ਲੱਛਣ ਹੈ। ਉਹ ਕਹਿੰਦਾ ਮੈਂ ਜਾਣ ਨਹੀਂ ਦੇਣਾ, ਮੋੜ ਮੋੜ ਕੇ ਡੋਬੂੰਗਾ। ਪਰ ਜਿਹੜੇ ਬਾਬੇ ਕੇ ਉਹ ਚਲੇ ਜਾਂਦੇ ਹਨ। ਭਾਈਆ ਜੈ ਰਾਮ ਜੀ ਕਹਿੰਦੇ ਧੰਨ ਭਾਗ, ਮੈਂ ਤਾਂ ਰਸਤੇ 'ਚ ਫੁੱਲ ਵਿਛਾ ਕੇ ਨਾਨਕ ਨੂੰ ਲੈ ਜਾਵਾਂਗਾ। ਹੁਕਮ ਕਰੋ ਰਾਏ ਬੁਲਾਰ ਜੀ, ਇੰਨਾ ਰੱਬ ਨੇ ਧਨ ਦਿੱਤਾ ਨਾ ਮੈਨੂੰ। ਅੱਜ ਵੀ ਕਈ ਸੰਗਤਾਂ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਲਿਜਾਂਦੀਆਂ, ਰਸਤੇ 'ਚ ਫੁੱਲ ਵਿਛਾ ਕੇ। ਕੋਈ ਫਰਕ ਨਹੀਂ ਪੈਂਦਾ, 2000 ਦੇ ਫੁੱਲ ਲੈ, ਉਹ ਮੁੱਕਦੇ ਨਹੀਂ। ਇੱਥੇ ਲੰਡੂ ਜੇ 2 ਪ੍ਰਾਹੁਣੇ ਆਏ ਹੁਣ ਤੇ 8-9 ਹਜ਼ਾਰ ਦਾ ਵੀੜ ਸ਼ਰਾਬ ਵੀ ਖਵਾ ਦਈਦਾ, ਤੇ ਨਾਲੇ ਅਗਲੇ ਘਰ ਨੂੰ ਬਣਾ ਜਾਂਦੇ ਹੱਡਾ ਰੋੜਾ। ਸਾਰਾ ਦਿਨ ਸਫਾਈ ਕਰਦੇ ਰਹੋ, ਮੁਸ਼ਕ 4 ਦਿਨ ਨਹੀਂ ਜਾਂਦਾ ਕਮਰੇ 'ਚੋਂ। ਗੁੱਸਾ ਨਾ ਕਰਿਓ, ਕਈਆਂ ਦੇ ਹੁੰਦੇ ਐ, ਮੇਰੀ ਤੇ ਆਦਤ ਹੈ, ਮੈਂ ਗੁਰੂ ਦਾ ਕੂਕਰ। ਚੰਗਾ ਰਿਸ਼ਤੇਦਾਰੀ ਘਰੇ ਆਵੇ, ਕੋਈ ਸੁਖਮਣੀ ਸਾਹਿਬ ਪੜੂ, ਕੋਈ ਜਪਜੀ ਸਾਹਿਬ ਪੜੂ, ਪ੍ਰਸ਼ਾਦਾ ਛਕ ਕੇ ਅਰਦਾਸ ਹੀ ਕਰ ਦੂ ਤੁਹਾਡੀ। ਆ ਜਿਹੜੇ ਤੁਸੀਂ ਜਿਨ੍ਹਾਂ ਨਾਲ ਫੋਟੋਆਂ ਖਿਚਾਉਣੇ ਤੇ ਤੁਹਾਡੇ ਘਰ ਨੂੰ ਅੱਡਾ ਰੋੜਾ ਬਣਾ ਦਿੰਦੇ। ਸਵੇਰ ਨੂੰ ਬੀਬੀ ਨੇ ਅੰਮ੍ਰਿਤ ਛਕਿਆ, ਉੱਚੀ ਉੱਚੀ ਰੋਵੇ, ਨਾਲੇ ਝਾੜੂ ਫੇਰੇ ਤੇ ਇਕੱਠੀਆਂ ਕਰੇ ਰਾਤ ਦੀਆਂ ਖਿਲਰੀਆਂ ਪਲੇਟਾਂ। ਹਾਂਜੀ, ਕਈ ਵੇਲੇ ਦੁਖੀ ਹੈ, ਮਜਬੂਰੀ ਨਾਲ ਰਿਸ਼ਤਾ ਗਲਤ ਥਾਂ ਜੁੜ ਜਾਂਦਾ, ਪਰ ਅੰਦਰ ਨਹੀਂ ਮੰਨਦਾ, ਅੰਦਰ ਰੋਂਦਾ ਹੀ ਹੈ, ਪਰ ਹੁਣ ਨਿਭਾਉਣੀ ਤੇ ਪੈਣੀ ਆ, ਜੁੜ ਜੂ ਗਏ ਹੋਏ। ਤੋ ਇਸ ਕਰਕੇ ਰਾਏ ਬੁਲਾਰ ਜੀ ਨੂੰ ਭਾਈਆ ਜੈ ਰਾਮ ਕਹਿੰਦੇ, ਬਾਪੂ ਬੜਾ ਦਿੱਤਾ ਰੱਬ ਨੇ, ਬੜੀ ਕਿਰਪਾ ਏ, ਮੇਰਾ ਵਸ ਚੱਲੇ ਤੇ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਤੱਕ ਫੁੱਲ ਵਿਛਾ ਦਿਆਂ। ਏਦਾਂ ਦੇ ਵੀ ਬੈਠੇ ਪਿਆਰ ਕਰਨ ਵਾਲੇ ਸਾਧ ਸੰਗਤ। ਸੱਚ ਹੈ, ਬੀਜ ਨਾਸ ਨਹੀਂ ਹੁੰਦਾ ਸ਼ਰਧਾ ਦਾ। ਅੱਜ ਵੀ ਬੜੀਆਂ ਰੂਹਾਂ ਬੈਠੀਆਂ ਜਿਹੜੇ ਸੱਚਾ ਪਿਆਰ ਮਾਰੇ ਨੂੰ ਕਰਦੇ ਆ ਤੇ ਪਰਵਾਹ ਨਹੀਂ ਕਰਦੇ। ਅੱਜ ਵੀ ਪਤਾ ਨਹੀਂ ਕਿੰਨੀ ਕੁ ਦੁਨੀਆ ਏ। ਆ ਪਿੱਛੇ ਜੇ ਹਰਮੰਦਰ ਸਾਹਿਬ ਫੁੱਲਾਂ ਦੀ ਡੈਕੋਰੇਸ਼ਨ ਇੱਕੇ ਸਿੰਘ ਨੇ ਕਰਾਈ, ਵਿਦੇਸ਼ਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਲੱਖ ਦੀ ਹੋਈ, ਇਕੱਲੇ ਨਹੀਂ, 1 ਕਰੋੜ 20 ਲੱਖ। ਤੋ ਇਹ 'ਚ ਕੋਈ ਸ਼ੱਕ ਨਹੀਂ ਹੈ, ਗੁਰੂ ਲਈ ਚਾਹੀਦਾ ਵੀ ਹੈ। ਮਾੜੇ ਕੰਮਾਂ ਲਈ ਸਾਰੇ ਕਹਿਣਗੇ, ਕਈ ਕਹਿਣਗੇ ਜੀ ਇੰਨੇ ਪੈਸੇ ਖਰਾਬ ਕਰਤੇ, ਮਾੜੇ ਕੰਮਾਂ 'ਚ ਥੋੜੇ ਕੀਤੇ। ਗੁਰੂ ਵੇਰਾਂ ਜ਼ਰੂਰ ਕਹਿ ਦਿੰਦੇ ਜੀ ਇੰਨਾ ਮਹਿੰਗਾ ਰੁਮਾਲਾ, ਇੰਨਾ ਮਹਿੰਗਾ ਚੌਰ ਸਾਹਿਬ, ਇੰਨੇ ਫੁੱਲ ਸੁੱਟਤੇ। ਇੱਧਰ ਨੂੰ ਬੋਲਦੇ, ਦੂਜੇ ਬੰਨੇ ਕੋ ਨਹੀਂ ਬੋਲਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਜ ਵੀ ਪਿਆਰ ਕਰਨ ਵਾਲੇ ਬੈਠੇ ਹਨ। ਤਨ ਤੇ ਮਨ ਤੇ ਜਨ ਤੇ ਸਭ ਆਏ ਸੁਨੈ ਤਿਨ ਕੀ ਸਿਰ ਠਾਨੋ। ਕਹਿੰਦੇ ਭਾਈਆ ਜੈ ਰਾਮ ਹੱਥ ਜੋੜ ਕੇ, ਹੁਣ ਇੱਕ ਚੀਜ਼ ਨੋਟ ਕੀਤੀ ਇਤਿਹਾਸ ਦੀ, ਭਾਈਆ ਜੈ ਰਾਮ ਜੀ ਨੂੰ ਹੋ ਸਕਦਾ ਇੰਨੀ ਸ਼ਰਧਾ ਨਾ ਬਣਦੀ। ਬਾਬੇ ਨਾਨਕ ਨੂੰ ਨਾ ਇੰਨਾ ਸ਼ਰਧਾ ਨਾ ਵੇਖਦਾ, ਦਿਖਾਇਆ ਕਿਨੇ? ਰਾਏ ਬੁਲਾਰ ਨੇ। ਇਹਨੂੰ ਕਹਿੰਦੇ ਗੁਰੂ ਦੀ ਸਿਫਤ। ਹੁਣ ਤੁਸੀਂ ਜਿੰਨੇ ਬੈਠੇ ਐ, ਤੁਸੀਂ ਰੋਜ਼ ਕਥਾ ਸੁਣਦੇ ਆ, ਤੇ ਮੈਨੂੰ ਮਾਣ ਹੈ ਵੀ ਤੁਹਾਨੂੰ ਮੈਂ ਜਿਹੜੀ ਸੇਵਾ ਕਹਿਣਾ ਤੁਸੀਂ ਉਸੇ ਵੇਲੇ ਹੀ ਕਿਹਨੂੰ ਵੇਖ ਕੇ ਕਰਦੇ? ਗੁਰੂ ਸਾਹਿਬ ਨੂੰ। ਨਹੀਂ ਤੇ ਇੱਕ ਮੰਗਤਾ ਕਿੰਨੇ ਘਰਾਂ 'ਚ ਜਾਂਦਾ, 10-10 ਮੰਗਦਾ, ਅਗਲੇ ਕਹਿੰਦੇ ਦਫਾ ਹੋ ਜਾ। ਗੁਰੂ ਦੇ ਬਚਨ ਵਾਸਤੇ ਅੱਜ ਵੀ ਤਤਵਰ ਬੈਠੀ ਸੰਗਤ। ਇਹਦਾ ਕਾਰਨ ਕੀ? ਸ਼ਰਧਾ ਬਣਾਉਣੀ। ਤੇ ਅੱਜ 100 ਦੇ ਵਿੱਚੋਂ 5 ਪ੍ਰਚਾਰਕ ਰਹਿ ਗਏ ਜਿਹੜੇ ਸ਼ਰਧਾ ਬਣਾਉਣ ਵਾਲੇ ਐ। ਬਾਕੀ 95% ਜਿਹੜੇ ਉਹਨਾਂ ਤਾਂ ਰੱਬ ਦਾ ਨਾਂ ਹੀ ਰੱਖਾ। ਉਹ ਤੁਸੀਂ ਮੋਬਾਈਲ ਤੁਹਾਡੇ ਹੱਥਾਂ 'ਚ ਵੇਖੀ ਜਾਂਦੇ ਕੀ ਬਣਦਿਆ। ਰੱਬ ਹੀ ਰੱਖਾ ਇਸ ਧਰਤੀ ਦਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਬਣਾਉਣ ਵਾਲਾ ਰਾਏ ਬੁਲਾਰ ਸੀ, ਜਿਨੇ ਇੰਨੀ ਵੱਡੀ ਸ਼ਰਧਾ ਪੈਦਾ ਕਰਤੀ ਕਿ ਇੱਕ ਭਾਈਆ ਜੈ ਰਾਮ ਕਿਤੇ ਨਾ ਕਿਤੇ ਸੋਚਦਾ ਹੋਊਗਾ ਮੈਂ ਜਵਾਈ ਇਸ ਘਰ ਦਾ। ਪਰ ਭਾਈ ਰਾਏ ਬੁਲਾਰ ਨੇ ਇੰਨੀ ਕੁ ਕਥਾ ਗੁਰੂ ਦੀ ਸੁਣਾਤੀ, ਹੱਥ ਜੋੜ ਕੇ ਕਹਿੰਦਾ ਬਾਪੂ
ਮੈਂ ਗੁਰੂ ਨਾਨਕ ਵਾਸਤੇ ਤਨ ਮਨ ਤੇ ਧਨ ਤਿੰਨੇ ਹੀ ਕੁਰਬਾਨ ਕਰ ਦਾਂਗਾ। ਸੋਰਠਾ ਇਨ ਪਰ ਜਾ ਸਾਥ ਡੋਲੇ ਮੈਂ ਚੜਵਾਏ ਕਰ। ਕਹਿੰਦੇ ਇਹਨੇ ਵਚਨ ਕੀਤੇ, ਇੱਕ ਪੰਕਤੀ ਛੱਡ ਗਏ ਜੀ। ਕਹਿ ਜੋ ਉਠ ਬੰਧਨ ਕੀਨ ਬੁਲਾਰ ਕੋ ਹੋਏ ਬੇਦਾ ਸੁਨ ਕੇਤ ਸਿਧਾਨੋ। ਕਹਿੰਦੀ ਫਿਰ ਉਸ ਵੇਲੇ ਉੱਠ ਕੇ ਭਾਈਆ ਜੈ ਰਾਮ ਜੀ ਨੇ ਰਾਏ ਬੁਲਾਰ ਜੀ ਦੇ ਪੈਰੀਂ ਹੱਥ ਲਾਇਆ। ਕਹਿੰਦੇ ਚੰਗਾ ਬਾਪੂ ਜੀ, ਹੁਣ ਸ਼ਾਮਾਂ ਪੈ ਚਲੀਆਂ ਤੇ ਨਾਨਕੀ ਡੀਕਦੀ ਹੋਵੇਗੀ, ਪ੍ਰਸ਼ਾਦਾ ਪਾਣੀ ਬਣਿਆ ਹੈ ਤੇ ਹੁਣ ਮੈਂ ਜਾਵਾਂ, ਕਿਉਂਕਿ ਉਹਨਾਂ ਦਾ ਜਜਮਾਨ ਜੋ ਹੈ। ਉਸ ਵੇਲੇ ਫਿਰ ਰਾਏ ਬੁਲਾਰ ਜੀ ਉਹਨੂੰ ਬੂਹੇ 'ਚੋਂ ਤੋਰਨ ਆਏ। ਕਿੰਨਾ ਇੱਕ ਦੂਜੇ ਰਿਸ਼ਤਿਆਂ ਦਾ ਸਤਿਕਾਰ ਅੱਜ ਵੀ ਸੰਗਤਾਂ ਹੈਗੀਆਂ ਜਿਹੜੇ ਕਰਦੇ ਐ, ਜਿਨ੍ਹਾਂ ਨਹੀਂ ਕਰਨਾ ਉਹ ਤੇ ਗੁਰੂ ਮਹਾਰਾਜ ਦਾ ਵੀ ਨਹੀਂ ਕਰਦੇ। ਬਾਕੀ ਮਾਂ ਪਿਓ ਭੈਣ ਭਰਾਵਾਂ ਦਾ ਤਾਂ ਕੀ ਰਹਿ ਗਿਆ, ਘਟਦਾ ਹੀ ਜਾਂਦਾ ਹੁਣ ਦਿਨੋਂ ਦਿਨ। ਤੋ ਫਿਰ ਵੀ ਸੱਚੇ ਪਾਤਸ਼ਾਹ ਦੇ ਪਿਆਰੇ ਨੂੰ ਤੋਰ ਕੇ ਗਏ ਹਨ। ਸੋਰਠਾ ਲੀਨ ਪਰ ਜਾ ਸਾਥ ਡੋਲੇ ਮੈਂ ਚੜਵਾਏ ਕਰ। ਕਹਿੰਦੇ ਫਿਰ ਜਲ ਪਾਣੀ ਛਕਿਆ ਹੈ ਤੇ ਸਾਰੇ ਪਿੰਡ ਵਾਲੇ ਬੇਬੇ ਨਾਨਕੀ ਨੂੰ ਵਿਦਾ ਕਰਨ ਆਏ ਹਨ। ਪੁਰਾਣਾ ਸਮਾਂ ਹੁੰਦਾ ਸੀ ਕਹਿਣਾ ਪਿੰਡ ਦੀ ਧੀ ਭੈਣ ਤੇ ਸਾਰਿਆਂ ਦੀ, ਉੱਚੀ ਬੋਲੋ ਮੈਨੂੰ ਨਹੀਂ ਸੁਣਿਆ, ਪਿੰਡ ਦੀ ਧੀ ਪਿੰਡ ਦੀ ਭੈਣ ਹੁਣ ਨਹੀਂ ਰਹਿ ਗਈ। ਪੁੱਛੋ ਕਿਉਂ? ਕਿਉਂ ਦਾ ਕਾਰਨ ਇਹ ਹੈ ਵੀ ਮੇਰੇ ਗਵਾਂਢੀ ਦੇ ਬੱਚੇ ਨੇ ਗਲਤੀ ਕੀਤੀ ਨਾ, ਤੇ ਜਿੰਨਾ ਚਿਰ ਮੈਂ ਉਹਦੀ ਬਦਨਾਮੀ ਤਿੰਨਾਂ ਪਿੰਡਾਂ 'ਚ ਨਹੀਂ ਕਰ ਦਿੰਦਾ ਮੈਨੂੰ ਰੋਟੀ ਨਹੀਂ ਲੰਘਦੀ। ਤੇ ਰੱਬ ਨੇ ਲੇਖਾ ਲੈਣਾ। ਇਹ ਪੜੀ ਜਾਂਦੇ ਰੋਜ਼ ਅਰਦਾਸ 'ਚ, ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇਖ ਕੇ ਅੰਡਿਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨਤਰ ਬੋਲੋ ਜੀ ਵਾਹਿਗੁਰੂ। ਪਰ ਦੇਖ ਕੇ ਅੰਡਿਠ ਕਰਨਾ ਬੜਾ ਔਖਾ। ਬਾਜ ਮਾਰ ਕੇ ਦੱਸ ਦੇ ਤੈਨੂੰ ਪਤਾ ਇਹਨਾਂ ਦੇ ਕੀ ਹੋਈ ਗੱਲ ਕਰੇ। ਕਹਿੰਦੀ ਭੈਣੇ ਮੈਨੂੰ ਤਾਂ ਨਹੀਂ ਪਤਾ। ਕਹਿੰਦੀ ਆ ਜਾ ਫਿਰ ਨਾਲੇ ਚਾਹ ਪੀਣੇ ਨਾਲ ਦੱਸ ਦੇ। ਕਿੰਨਾ ਬੁਰਾ ਹਾਲ, ਕੀ ਫਾਇਦਾ ਗਾਤਰੇ ਪਾਏ ਦਾ ਗੁਰਦੁਆਰੇ। ਮੈਨੂੰ ਇਸ ਚੀਜ਼ ਤੋਂ ਬੜੀ ਤਲਖ ਲੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਖੁਦ ਕਹਿ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕਿਸੇ ਦਾ ਪਰਦਾ ਚੁੱਕਦਾ ਮੇਰਾ ਸਿੱਖ ਹੀ ਨਹੀਂ। ਕਿੱਡਾ ਵੱਡਾ ਜਿਗਰਾ ਗੁਰੂ ਗੋਬਿੰਦ ਸਿੰਘ ਦਾ। ਔਰੰਗਜ਼ੇਬ ਨੇ ਮਹਾਰਾਜ ਦੇ ਬੱਚਿਆਂ ਦੀਆਂ ਚੱਪਣੀਆਂ ਤੜਵਾਈਆਂ। ਮਹਾਰਾਜ ਦੀ ਮਾਂ ਨੂੰ ਲੱਤਾਂ ਤੋਂ ਧੂ ਕੇ ਬੁਰਜ ਤੋਂ ਜਦੋਂ ਜੋਤੀ ਜੋਤ ਸਮਾਏ ਜੰਗਲ 'ਚ ਸੁੱਟਿਆ। ਮੇਰੇ ਪਾਤਸ਼ਾਹ ਕਿੱਦਾਂ ਦੇ ਦਿਲ ਵਾਲੇ, ਉਹਦੇ ਸਕੇ ਪੁੱਤਰ ਨੂੰ ਦਿੱਲੀ ਦਾ ਤਖਤ ਲੈਤਾ। ਹੈ ਤੁਹਾਡੇ ਗੁਰੂ 'ਚ ਭੋਰਾ ਵੀ ਵੈਰ, ਪਰ ਆਪਾਂ ਕਿਦਨ ਛੱਡਣਾ। ਇੱਥੇ ਕਹੀ ਜਾਂਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਨਾਨਕ ਨਾਮ ਚੜ੍ਹਦੀ ਕਲਾ ਦੇ। ਭਲਾ ਤੇ ਆਪਣਾ ਨਹੀਂ ਮੰਗਿਆ ਜਾਂਦਾ। ਇਹ ਗੱਲਾਂ ਬਹੁਤ ਲੱਗਣੀਆਂ ਪਰ ਸੱਚ ਹੈ। ਮੇਰੇ ਪਾਤਸ਼ਾਹ ਮਹਾਰਾਜ ਦੀ ਬੇਬੇ ਨਾਨਕੀ ਜੀ ਨੂੰ ਸਾਰਾ ਪਿੰਡ ਵਿਦਾ ਕਰਨ ਆਇਆ। ਪਹਿਲਿਆਂ 'ਚ ਬੜਾ ਹੁੰਦਾ, ਮਰ ਜਾਂਦੇ ਸੀ ਲੋਕ, ਕਹਿਣਾ ਸਾਡੇ ਪਿੰਡ ਦੀ ਧੀ ਤੇ ਸਾਰੇ ਪਿੰਡ ਦੀ। ਅੱਜ ਕਿੱਥੇ, ਅੱਜ ਤਾਂ ਮਹਾਰਾਜ ਜੀ ਰਾਖਾ ਪਰ ਰੱਬ ਵੇਂਦਾ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਕਬੀਰ ਗਰਬ ਨਾ ਕੀਜੀਐ ਰੰਕ ਨਾ ਸੀਐ ਕੋਈ। ਕਹਿੰਦੇ ਕਿਸੇ ਗਰੀਬ ਦੇ ਘਰ ਕੋਈ ਗੱਲ ਹੋ ਗਈ ਤੇ ਬਾਤਾ ਖੁਸ਼ ਨਾ ਹੋ, ਦਿਨ ਥੋੜੇ ਰੁਕ ਜਾ ਤੇਰੇ ਘਰ ਵੀ ਹੋਊਗੀ। ਤੇ ਅੱਖਾਂ ਨਾਲ ਵੇਖਿਆ ਮੈਂ ਆਪਣੀ ਜ਼ਿੰਦਗੀ 'ਚ, ਜਿਹੜੇ ਕਿਸੇ ਦੇ ਘਰ ਵੇਖ ਕੇ ਤਾੜੀਆਂ ਮਾਰਦੇ ਸੀ ਨਾ, ਚੁੱਕ ਚੁੱਕ ਕੇ ਰੌਲਾ ਪਾਉਂਦੇ ਸੀ। ਜਿੱਦਣ ਫਿਰ ਆਪਣੀ ਵਾਰੀ ਆਈ ਮੁੜ ਕੇ ਸਿਰ ਹੀ ਨਹੀਂ ਤਾਂ ਚੁੱਕੇ ਗਏ। ਗੁਰੂ ਦਾ ਘਰ ਸੀਸਾ ਏ। ਇੱਥੇ ਜਿੱਦਾਂ ਦਾ ਕੋਈ ਬੀਜ ਬੀਜ ਦੂ ਉਦਾਂ ਦਾ ਹੀ ਰੱਬ ਵਿਖਾ ਦਿੰਦਾ। ਜੇ ਨੌਂ ਨਹੀਂ ਤੇ ਧੀ ਨਹੀਂ ਤੇ ਦਾਦੇ ਪੋਤੇ ਦੀਆਂ ਚੱਲਦੀਆਂ ਰਹਿੰਦੀਆਂ ਇਸ ਘਰ। ਇਸ ਕਰਕੇ ਡਰਨਾ ਚਾਹੀਦਾ, ਸਿੱਖਾਂ ਦਾ ਮਨ ਨੀਵਾਂ। ਇਹ ਰੋਜ਼ ਮੰਗਦੇ ਆਪਾਂ ਵੀ ਸਤਿਗੁਰੂ ਬਖਸ਼ ਲਈ। ਇਸ ਕਰਕੇ ਬੇਬੇ ਜੀ ਦਾ ਡੋਲਾ ਤੇ ਸਾਰੀ ਰਾਏ ਭੋਏ ਦੀ ਤਲਵੰਡੀ ਭਾਈਆ ਜੈ ਰਾਮ ਜੀ ਲੈਣ ਆਏ ਐ ਤੇ ਬੇਬੇ ਨੂੰ ਵਿਦਾ ਕਰਨ ਆਏ ਹਨ। ਸ਼੍ਰੀ ਨਾਨਕ ਸਾਥ ਸਾਸ ਸਸੁਰ ਕੋ ਨਮੋ ਕਰ। ਕਹਿੰਦੇ ਗੁਰੂ ਨਾਨਕ ਜੀ ਵੀ ਆਏ ਐ, ਚਾਚਾ ਚਾਚੀ ਆਏ, ਦਾਦਾ ਦਾਦੀ ਆਏ ਐ, ਸਾਰਾ ਪਰਿਵਾਰ ਹੱਥ ਜੋੜ ਕੇ ਕਹਿੰਦੇ ਭਾਈਆ ਜੈ ਰਾਮ ਜੀ ਨੂੰ ਜਜਮਾਨ ਸਾਡੀ ਨਾਨਕੀ ਦਾ ਖਿਆਲ ਰੱਖੀ, ਸਾਡੀ ਲਾਡਾਂ ਨਾਲ ਪਾਲੀ ਹੋਈ ਰੱਬੀ ਰੂਹ ਹੈ। ਕਹਿਣ ਲੱਗੇ ਏਦਾਂ ਦਾ ਜਜਮਾਨ ਜਿਨੇ ਸਾਰਿਆਂ ਦੇ ਪੈਰੀਂ ਹੱਥ ਲਾਇਆ।
ਅੱਜ ਕਾਹਦੇ ਜਵਾਈ, ਉਹ ਤਾਂ ਪਹਿਲੇ ਮੁੱਛਾਂ ਮਰੋੜੀ ਜਾਂਦੇ ਆ। ਹਜੇ ਆਪਦੀਆਂ ਵੀ 2-3 ਭੈਣਾਂ ਹੈਗੀਆਂ, ਜੇ ਕਿਤੇ ਹੋਣ ਨਾ ਤੇ ਖੜੋਣ ਕਿੱਥੇ। ਅੱਜ ਕਈਆਂ ਨੂੰ ਬੜੀ ਭੈੜੀ ਆਦਤ ਹੈ, ਮੁੱਛ ਨਹੀਂ ਮਰੋੜਨੀ ਚਾਹੀਦੀ। ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਕਈ ਬਹੁਤ ਹੰਕਾਰ ਕਰਦੇ। ਵੈਸੇ ਵੀ ਜਦੋਂ ਰਹਿਤਨਾਮੇ ਪੜਾਂਗੇ ਨਾ ਆਪਾਂ ਗੁਰੂ ਗੋਬਿੰਦ ਸਿੰਘ ਦੇ, ਉੱਥੇ ਮਹਾਰਾਜ ਨੇ ਆਖਿਆ ਮੇਰੇ ਸਿੱਖ ਨੇ ਕਦੇ ਮੁੱਛ ਨੂੰ ਮਰੋੜਾ ਨਹੀਂ ਦੇਣਾ, ਐ ਨਿਮਰਤਾ 'ਚ ਰਹਿਣਾ ਜੀਵਨ ਦੇ ਵਿੱਚ। ਬਹੁਤ ਕਥਾ ਪਈ ਹੈ, ਪਰ ਹੁਣ ਨਾ ਤੇ ਗਾਂ ਕੋਈ ਸੁਣਦਾ ਹੀ ਆ, ਤੇ ਨਾ ਕੋਈ ਪੜ੍ਹਦਾ ਹੀ ਆ, ਤੇ ਨਾ ਕਿਸੇ ਨੇ ਸਿੱਖਣੀ ਆ, ਕਿਉਂਕਿ ਇਸ ਚੀਜ਼ ਤੋਂ ਸਾਰੇ ਭੱਜ ਚੱਲੇ। ਆਖੋ ਸਤਿਨਾਮ। ਤੁਸੀਂ ਮੇਰੇ ਤੋਂ ਕਾਹਲੇ ਤੇ ਮੈਂ ਤੁਹਾਡੇ ਤੋਂ ਕਾਹਲਾ ਏ। ਆ ਤਾਂ ਕੋਈ ਤਰਸ ਕੀਤਾ ਗੁਰੂ ਅਰਜਨ ਸਾਹਿਬ ਨੇ, ਜਿਹੜਾ ਤੁਸੀਂ ਰੋਜ਼ ਆ ਕੇ ਮਹਾਰਾਜ ਦੇ ਬੋਲ ਸੁਣਦੇ ਹੋ। ਇਹ ਮੇਰੇ ਵਰਗਾ ਕੂਕਰ ਮਹਾਰਾਜ ਦੀ ਕਿਰਪਾ ਨਾਲ ਸੁਣਾਉਂਦਾ ਹੈ। ਤੋ ਭਾਈਆ ਜੈ ਰਾਮ ਜੀ ਵਿੱਚ ਇੰਨੀ ਨਿਮਰਤਾ। ਕਰੋੜਾਂ ਦੀ ਮਾਲਕ ਹੈ, ਸੁਲਤਾਨਪੁਰ ਨੌਕਰੀ, ਕਰੋੜਾਂ ਦੀ ਜਾਇਦਾਦ ਹੈ, ਪਰ ਨਿਮਰਤਾ ਇੰਨੀ। ਪਹਿਲਾਂ ਬੇਬੇ ਜੀ ਦੇ ਮਾਤਾ ਜੀ ਦੇ ਚਰਨੀ ਹੱਥ ਲਾਇਆ, ਫਿਰ ਪਿਤਾ ਜੀ ਦੇ, ਫਿਰ ਦਾਦਾ ਦਾਦੀ ਦੇ, ਫਿਰ ਚਾਚਾ ਚਾਚੀ ਦੇ, ਤੇ ਫਿਰ ਮੇਰੇ ਨਾਨਕ ਜੀ ਲਾਗੇ ਖੜੇ, ਉਹਨਾਂ ਦੇ ਵੀ ਪੈਰੀਂ ਹੱਥ ਲਾਤਾ। ਇੰਨੀ ਨਿਮਰਤਾ ਹੈ। ਸਨੇ ਸਨੇ ਪ੍ਰਸਥਾਨ ਯਤ ਦਾਸਨ ਕੇ ਘਰ ਗਇਓ। ਕਹਿਣ ਲੱਗੇ ਹੌਲੀ ਹੌਲੀ ਚੱਲੇ ਆ ਰਹੇ ਨੇ, ਔਰ ਸਾਰੇ ਰਸਤੇ ਦੇ ਵਿੱਚ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਜੀ ਪਤਾ ਕੀ ਕਰਦੇ ਆਏ? ਗੁਰੂ ਨਾਨਕ ਸਾਹਿਬ ਦਾ ਧੰਨਵਾਦ। ਕਿੱਥੇ ਰਾਏ ਭੋਏ ਦੀ ਤਲਵੰਡੀ, ਕਿੱਥੇ ਸੁਲਤਾਨਪੁਰ, ਤੇ ਸਾਰੇ ਰਸਤੇ ਦੇ ਵਿੱਚ ਗੁਰੂ ਦੀਆਂ ਹੀ ਗੱਲਾਂ ਚੱਲੀਆਂ। ਅੱਜ ਵੀ ਜਿਹੜੇ ਸਤੋਗੁਣੀ ਮਨੁੱਖ ਕਿਤੇ ਯਾਤਰਾ ਜਾਣ ਰਿਸ਼ਤੇਦਾਰੀ 'ਚ, ਉਹ ਰੱਬ ਦੀਆਂ ਗੱਲਾਂ ਕਰਦੇ ਜਾਂਦੇ। ਇੱਕ ਆਪਾਂ ਹੀ ਜਿਹੜੇ ਗੁਰਦੁਆਰੇ ਵੀ ਆਉਂਦੇ ਆ, ਲੋਕਾਂ ਦੀਆਂ ਚੁਗਲੀਆਂ ਕਰਦੇ ਆਈਦਾ, ਤੇ ਕਥਾ ਸੁਣ ਕੇ ਜਾਂਦੇ ਵੀ ਕਰਦੇ ਜਾਈਦਾ। ਮਾਫ ਕਰਿਓ, ਜਿਹੜੇ ਕਰਦੇ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ, ਦੂਜਾ ਜਿਹੜਾ ਨਹੀਂ ਕਰਦਾ ਉਹਨੇ ਤਿਕਣਾ ਵਾਹਿਗੁਰੂ ਚੜ੍ਹਦੀ ਕਲਾ, ਕਿਉਂਕਿ ਚੋਰ ਨੂੰ ਪਾਲਾ ਹੁੰਦਾ, ਦੂਜੇ ਨੂੰ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਦੀ ਕਥਾ ਕੁਝ ਰੋਜ਼ ਸਿਖਾਉਂਦੀ ਹੈ ਵੀ ਸਿੱਖਾ ਜਦੋਂ ਘਰੋਂ ਤੁਰਦਾ ਗੁਰੂ ਗੁਰੂ ਕਰਕੇ ਜਾਇਆ ਕਰ। ਜਦੋਂ ਗੁਰੂ ਘਰੋਂ ਸਮਾਪਤੀ ਹੁੰਦੀ, ਘਰ ਤੱਕ ਗੁਰੂ ਗੁਰੂ ਕਰਦਾ ਜਾਇਆ ਕਰ। ਸਿਮਰਤ ਸਤਿ ਬਖਾਨਾ ਸ੍ਰੀ ਨਾਨਕ ਕੋ ਦੰਪਤੀ। ਔਰ ਕਹਿੰਦੇ ਇਸ ਤਰ੍ਹਾਂ ਦੋਨੋਂ ਜੀ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਸਾਰੇ ਰਸਤੇ ਦੇ ਵਿੱਚ ਰੱਬ ਦੀ ਕਥਾ ਕਰਦੇ ਆਏ ਤੇ ਗੁਰੂ ਨਾਨਕ ਦੇ ਸ਼ਬਦ ਪੜ੍ਹਦੇ ਆਏ। ਸਮਾਂ ਸੰਪੂਰਨ ਹੋ ਚੁੱਕਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਬਹੁਤ ਆਨੰਦਿਤ ਕਥਾ ਮੇਰੇ ਸਤਿਗੁਰੂ ਦੀ, ਬਹੁਤ ਕੁਝ ਸਤਿਗੁਰੂ ਆਪਾਂ ਨੂੰ ਵੰਡੀ ਜਾਂਦੇ ਹੈ। ਗੁਰੂ ਕੀ ਸੰਗਤ ਧਨ ਹੈ, ਜੋ ਝੋਲੀ ਭਰ ਕੇ ਲੈ ਜਾਂਦੇ ਹੋ। ਗੁਰੂ ਦੇ ਬੋਲ ਨੇ, ਆਪਣਾ ਕੁਛ ਨਹੀਂ ਇੱਥੇ। ਗੁਰੂ ਦੇ ਬੋਲ ਤੁਹਾਡੀ ਝੋਲੀ 'ਚ ਪਾ ਦਈਦੇ ਹੈ। ਕਿਸੇ ਨੂੰ ਲੱਗਦੇ ਚੰਗੇ ਉਹ ਘਰੇ ਲੈ ਜਾਂਦਾ, ਜਿਹਨੂੰ ਨਹੀਂ ਚੰਗੇ ਉਹ ਉੱਠ ਕੇ ਇੱਥੇ ਝੱਗਾ ਝਾੜ ਕੇ ਛੱਡ ਜਾਂਦਾ। ਇੰਨੀ ਕੁ ਕਿਰਪਾ ਗੁਰੂ ਦੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਬਣਾਈ ਰੱਖਣ। ਬੇਬੇ ਨਾਨਕੀ ਤੇ ਭਾਈਆ ਜੈ ਰਾਮ ਪਿਆਰ ਦੇ ਵਿੱਚ ਸ਼ਬਦ ਪੜ੍ਹਦੇ ਆਏ ਬਾਬੇ ਨਾਨਕ ਦਾ। ਆਪਾਂ ਵੀ ਪੜ੍ਹ ਲਈਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਾਬਾ ਮੇਰੇ 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 ਬਾਬਾ ਮੈਂ ਬੋਰਾ 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 ਸਭ ਖਲਕ ਸਿਆਣੀ 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 ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ 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 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਸਭ ਖਲਕ ਸਿਆਣੀ ਸਭ ਖਲਕ ਸਿਆਣੀ ਸਭ ਖਲਕ ਸਿਆਣੀ ਮੈਂ ਬੋਰਾ 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 ਧੰਨ ਮੇਰੇ ਪਾਤਸ਼ਾਹ ਕਹਿੰਦੇ ਜੇ ਦੁਨੀਆ 'ਚ ਜੀਣਾ ਨਾ ਕਿਉਂਕਿ ਜਿਹੜਾ ਬੰਦਾ ਕਮਲਾ ਹੋਵੇ ਨਾ ਕਮਲੇ ਨੂੰ ਕੋਈ ਪਤਾ ਨਹੀਂ ਵੀ ਕਿਹਦੇ ਘਰ ਵਿਆਹ ਤੇ ਕਿਹਦੇ ਘਰ ਮਰਗਾ ਕਿਹਦੇ ਘਰ ਖੁਸ਼ੀਆਂ ਤੇ ਕਿਹਦੇ ਘਰ ਗਮੀਆਂ ਤੇ ਕਿਹੜਾ ਕਾਲਾ ਤੇ ਕਿਹੜਾ ਗੋਰਾ ਉਹ ਆਪਣੀ ਜ਼ਿੰਦਗੀ 'ਚ ਮਸਤ ਆ। ਇਸ ਕਰਕੇ ਮੇਰੇ ਪਾਤਸ਼ਾਹ ਦਾ ਕਿੰਨਾ ਪਿਆਰਾ ਸ਼ਬਦ ਹੈ ਮੇਰੇ ਬਾਬਾ ਮੈਂ ਸਤਿਗੁਰੂ ਮੈਂ ਕਮਲਾਈ ਸਭ ਖਲਕ ਸਿਆਣੀ ਆ ਤੇਰੀ ਸਾਰੀ ਦੁਨੀਆ ਬੜੀ ਸਿਆਣੀ ਆ ਬੜੇ ਪੜ੍ਹੇ ਲਿਖੇ ਆ ਪਰ ਮੈਨੂੰ ਕਮਲਾ ਰਹਿਣ ਦੇ ਕਿਉਂਕਿ ਰੱਬ ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਦੁਨੀਆ ਕਮਲੇ ਕਹਿੰਦੀ। ਤੁਹਾਨੂੰ ਪਤਾ ਸਿੱਖ ਇਤਿਹਾਸ ਦੇ ਵਿੱਚ 10 ਪਾਤਸ਼ਾਹੀਆਂ ਚੋਂ ਇੱਕ ਗੁਰੂ ਸਾਹਿਬ ਆਪਣੇ ਜਿਨ੍ਹਾਂ ਨੂੰ ਇਹ ਲਖਬ ਮਿਲਿਆ ਸੀ ਬਾਬੇ ਬਕਾਲੇ। ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ 'ਚ ਸੀ ਨਾ ਜਦੋਂ ਤੇ ਉੱਥੇ ਮੰਜੀਆਂ ਲੱਗੀਆਂ ਤੇ ਜਦੋਂ ਮੱਖਣ ਸ਼ਾਹ 500 ਮੋਹਰ ਲੈ ਕੇ ਆਇਆ ਨਾ ਤੇ ਉਹਨੇ ਆਖਿਆ ਵੀ ਕੋਈ ਹੋਰ ਵੀ ਇੱਥੇ ਹੈਗਾ ਬਾਬਾ ਤੇ ਇੱਕ ਛੋਟੇ ਜਿਹੇ ਬੱਚੇ ਨੇ ਮੇਰੀ ਜ਼ੁਬਾਨ ਇੰਨੀ ਲਾਇਕ ਨਹੀਂ ਹੈ ਪਰ ਇਤਿਹਾਸ ਹੈ ਕਹਿੰਦੇ ਕਾਕਾ ਮੈਂ ਸਾਰਿਆਂ ਨੂੰ ਮੱਥਾ ਟੇਕਤਾ ਕੋਈ ਹੋਰ ਵੀ ਬਾਬਾ ਹੈਗਾ ਕਹਿੰਦੇ ਇੱਕ ਹੈਗਾ ਹੋ ਨਿੱਕੇ ਜਿਹੇ ਭੋਰੇ 'ਚ ਮਾਰੇ ਸੱਚੇ ਪਾਤਸ਼ਾਹ ਦੇ ਬਾਬਤ ਮੱਖਣ ਸ਼ਾਹ ਕਹਿੰਦਾ ਉਹਦਾ ਨਾਂ ਕੀ ਹੈ ਕਹਿੰਦੇ ਜੀ ਤੇਗਾ ਕਮਲਾ
ਮਾਫ ਕਰਿਓ ਸੰਗਤ ਜੀ, ਮਾਫੀ, ਕਿਉਂਕਿ ਮਜਬੂਰੀ ਹੁੰਦੀ ਕਥਾਵਾਚਕ ਦੀ। ਪਰ ਜੋ ਇਤਿਹਾਸ 'ਚ ਲਿਖਿਆ ਕਿ ਮਹਾਰਾਜ ਨੂੰ ਉੱਥੇ ਸਾਰੇ ਕਮਲਾ ਕਹਿੰਦੇ ਸੀ। ਤੇ ਜਦੋਂ ਮੱਖਣ ਸ਼ਾਹ ਅੰਦਰ ਗਿਆ ਨਾ, ਉਹਨੇ 5 ਮੋਹਰਾਂ ਰੱਖੀਆਂ ਤੇ ਵਾਪਸ ਹੋਣ ਲੱਗਾ ਤੇ ਮਹਾਰਾਜ ਕਹਿੰਦੇ, ਓਏ ਮੱਖਣਾ, ਆਹ ਗੱਲ ਚੰਗੀ ਨਹੀਂ ਤੇਰੇ ਵਾਸਤੇ। ਸੁੱਖ ਦਾ 500 ਹੈ ਤੇ ਚੜਾਉਣਾ 5 ਹੈ। ਅਜੇ ਤੇ ਸਾਡਾ ਜ਼ਖਮ ਵੀ ਰਾਜੀ ਨਹੀਂ ਹੋਇਆ। ਜਦੋਂ ਚਾਦਰ ਚੁੱਕੀ ਤੇ ਮਹਾਰਾਜ ਦੇ ਮੋਢੇ ਦੇ ਵਿੱਚ 2 ਇੰਚ ਕਿੱਲ, ਜਦੋਂ ਵੇਖਿਆ ਚੜ ਗਿਆ ਚਾਹ। ਕਹਿੰਦੇ ਪਾਤਸ਼ਾਹ ਸਵੇਰ ਦਾ ਕਮਲਾ ਹੋ ਗਿਆ, ਇੰਨੇ ਬਾਬੇ ਭਾਏ ਮੱਥੇ ਟੇਕ ਟੇਕ ਕੇ। ਓਏ ਜਿਹੜਾ ਅਸਲੀ ਉਹਨੂੰ ਲੋਕੀ ਕਮਲਾ ਕਹਿੰਦੇ। ਮਹਾਰਾਜ ਕਹਿੰਦੇ ਰੌਲਾ ਨਾ ਪਾ, ਤੇਰਾ ਭਲਾ ਹੋ ਜੇ, ਚੁੱਪ ਕਰ ਜਾ। ਕਹਿੰਦੇ ਚੁੱਪ, ਮੈਂ ਤੇ ਕੋਠੇ ਤੇ ਚੜ ਕੇ ਰੌਲਾ ਪਾਉਂਗਾ। ਦੁਨੀਆ ਦੇ ਲੋਗੋ, ਝੂਠੇ ਬਾਬਿਆਂ ਦੇ ਕੋਈ ਚੌਂਕੀਆਂ ਨਾ ਭਰੋ, ਅਸਲੀ ਇੱਧਰ ਬੈਠਾ, ਅਸਲੀ ਇੱਧਰ ਬੈਠਾ। ਜੇ ਗੁਰੂ ਲਾਦੋ ਰੇ ਪਾਤਾ ਸੀ ਰੌਲਾ। ਉਹਨੇ 2 ਸ਼ਾਹ ਹੋਏ ਆ ਸਿੱਖ ਇਤਿਹਾਸ ਵਿੱਚ। ਇੱਕ ਮੱਖਣ ਸ਼ਾਹ ਜਿਨੇ ਗੁਰੂ ਨੂੰ ਪ੍ਰਗਟ ਕੀਤਾ, ਤੇ ਇੱਕ ਲੱਖੀ ਸ਼ਾਹ ਜਿਨੇ ਗੁਰੂ ਸਾਹਿਬ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ। ਆਪਾਂ ਸਾਰਿਆਂ ਨੇ ਘਰ ਬਣਾਉਂਦੇ ਮਰ ਜਾਣਾ। ਪਹਿਲਾਂ ਤਾਂ ਪੰਜਾਬ 'ਚ ਬਣਾਏ ਆ, ਉਹ ਸੰਪੂਰਨ ਹੋਈ ਕੋਠੀ 70-80 ਲੱਖ ਤੇ ਵੀਜ਼ਾ ਸਾਰਿਆਂ ਦਾ ਆ ਗਿਆ। ਹੁਣ ਚਲੇ ਗਏ ਕੈਨੇਡਾ। ਹੁਣ ਉੱਥੇ ਕਹਿੰਦੇ ਕਿ ਇੱਥੇ ਨਾ ਬਣਾਈਏ। ਕਈਆਂ ਨੇ ਸ਼ੁਰੂ ਕੀਤੇ ਉੱਥੇ, ਇੱਧਰ ਜਿੰਦਰੇ ਲਾ ਗਏ ਆ, ਉਧਰ ਬਣਾਉਣੇ ਆ। ਉਹਨੇ ਚਿਰ ਨੂੰ ਜ਼ਿੰਦਗੀ ਮੁੱਕ ਜਾਣੀ। ਇਹ ਸੱਚਾਈ ਹੈ ਸਾਡੀ। ਐਡੀ ਮੱਖੀ ਵਾਲੇ ਸ਼ਹਿਦ ਦੀ ਆਦਤ ਪਈ। ਮੈਂ ਸਮਾਂ ਤਾਂ ਸੰਪੂਰਨ ਹੈ, ਐਤਵਾਰ ਕਰਕੇ 10 ਮਿੰਟ ਕੀ ਸੰਗਤ ਦੂਰੋਂ ਆਈ ਹੁੰਦੀ ਹੈ, ਤਾਂ ਕਰਕੇ ਤੁਹਾਡਾ ਸਮਾਂ ਲੈ ਗਿਆ। ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਵਰਤੀ। ਆਪਾਂ ਘਰ ਬਣਾਉਂਦੇ ਮਰ ਜਾਣਾ, ਘਰ ਨਹੀਂ ਬਣਨੇ। ਇੱਕ ਲੱਖੀ ਸ਼ਾਹ ਸੀ ਜਿਨੇ ਘਰ ਨੂੰ ਹੀ ਅੱਗ ਲਾਤੀ, ਤੇ ਘਰ ਦੀ ਵੀ ਏਡੀ ਸਤੋ ਗੁਣੀ। ਕਹਿੰਦਾ ਭਾਗਾਂ ਵਾਲੀਏ, ਵੇਖੀ ਕਿਤੇ ਹੁਣ ਮੈਨੂੰ ਦੱਸ ਦੇ, ਜਦੋਂ ਮੈਂ ਇੱਕ ਵਾਰੀ ਅੱਗ ਲਾਤੀ ਘਰ ਨੂੰ, ਮੁੜ ਕੇ ਬੀਬੀਆਂ ਦੀ ਆਦਤ, ਮੁੜ ਕੇ ਨਾ ਕਹਿ ਦੀ ਕਿ ਗੁਰੂ ਸਾਹਿਬ ਨੂੰ ਲਿਆ ਕੇ ਮੇਰਾ ਘਰ ਲੂਤਾ। ਇਹ ਸ਼ਬਦ ਨਹੀਂ ਵਰਤਨੇ। ਕਹਿਣ ਲੱਗੀ, ਸਾਈਆਂ ਕਿਹੜਾ ਘਰ, ਕਿਹੜੇ ਘਰ ਦੀ ਗੱਲ ਕਰਦਾ ਆ? ਸਰੀਰ ਵੀ ਨਹੀਂ ਆਪਣਾ, ਆਪਾਂ ਤਾਂ ਕਰਮਾਂ ਵਾਲੇ ਹੋ ਗਏ। ਸਾਡੇ ਘਰ ਗੁਰੂ, ਉਦਾਂ ਤੇ ਪਤਾ ਨਹੀਂ ਆਪਣਾ ਘਰ ਦੁਨੀਆ 'ਚ ਰਹਿੰਦਾ ਨਾ ਰਹਿੰਦਾ। ਹੁਣ ਰਹਿੰਦੀ ਦੁਨੀਆ ਤੱਕ ਰਹੂ, ਸੰਗਤਾਂ ਮੱਥੇ ਟੇਕਿਆ ਕਰਨਗੀਆਂ।